ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਮਾਹਰ ਡਾਕਟਰ ਕੇਹਰ ਸਿੰਘ ਜੀ ਮੌਜੂਦ ਨੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਜੋ ਕੁਝ ਅਜਨਾਲੇ ਥਾਣੇ 'ਚ ਵਾਪਰਿਆ, ਅੰਮ੍ਰਿਤਪਾਲ ਸਿੰਘ ਹੋਰਾਂ ਨੇ ਜਿਸ ਤਰੀਕੇ ਦਾ ਪ੍ਰੈਸ਼ਰ ਬਣਾਇਆ, ਨੌਜਵਾਨ ਪੀੜ੍ਹੀ ਜਿਹੜੀ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਉੱਥੇ ਪਹੁੰਚੀ। ਥਾਣੇ ਦਾ ਘਿਰਾਓ ਜਾਂ ਥਾਣੇ ਦੇ ਅੰਦਰ ਤੱਕ ਪਹੁੰਚ ਕੇ ਜਿਸ ਤਰੀਕੇ ਨਾਲ ਪੁਲਿਸ ਨਾਲ ਗੱਲਬਾਤ ਹੋਣਾ, ਸਰਕਾਰਾਂ ਦੇ ਉੱਤੇ ਸਵਾਲ ਚੁੱਕਣੇ, ਸਿਸਟਮ ਤੇ ਸਵਾਲ ਚੁੱਕਣੇ। ਇੱਕ ਨੌਜਵਾਨ ਨੇ ਪਰਚਾ ਕਰਵਾਇਆ ਸੀਗਾ, ਹਾਲਾਂਕਿ ਉਹ ਨੌਜਵਾਨ ਹੁਣ ਵੀ ਕਹਿ ਰਿਹਾ ਕਿ ਮੈਂ ਮਾਨਸਿਕ ਤੌਰ ਤੇ ਬਿਮਾਰ ਨਹੀਂ। ਇਹ ਦਰਬਾਰ ਸਾਹਿਬ ਪਹੁੰਚ ਕੇ ਉੱਥੇ ਸਹੁੰ ਚੁੱਕ ਲੈਣ ਕਿ ਨਹੀਂ, ਅਸੀਂ ਅੰਮ੍ਰਿਤਪਾਲ ਹੋਰਾਂ ਨੇ ਜਾਂ ਉਹਨਾਂ ਦੇ ਬੰਦਿਆਂ ਨੇ ਮੇਰੀ ਕੁੱਟਮਾਰ ਨਹੀਂ ਕੀਤੀ। ਇਸ ਕਿਸਮ ਦੇ ਇਲਜ਼ਾਮ ਨੇ। ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਪਾਲਕੀ ਸਾਹਿਬ ਲੈ ਕੇ ਤੇ ਉੱਥੇ ਥਾਣੇ ਦੇ ਵਿੱਚ ਪਹੁੰਚ ਕੇ ਜਿਸ ਤਰੀਕੇ ਦੇ ਨਾਲ, ਜਿਸ ਤਰੀਕੇ ਦਾ ਮਾਹੌਲ ਬਣਾਇਆ ਗਿਆ, ਜਾਂ ਅੰਮ੍ਰਿਤਪਾਲ ਸਿੰਘ ਹੁਣ ਕਹਿ ਰਹੇ ਨੇ ਕਿ ਅਸੀਂ 24 ਘੰਟਿਆਂ 'ਚ ਬੰਦਾ ਰਿਹਾ ਕਰਾ ਕੇ ਇੱਥੇ ਰਾਤ ਨੂੰ ਅੰਮ੍ਰਿਤਪਾਨ ਵੀ ਕਰਾਉਣਾ ਆ, ਅੰਮ੍ਰਿਤ ਛਕਣਗੇ ਨੌਜਵਾਨ। ਇਹਨੂੰ ਵੱਖੋ ਵੱਖਰੇ ਮਤਲਬ ਕਿ ਮਾਪਦੰਡ ਦੇ ਨਾਲ ਦੇਖਿਆ ਜਾ ਰਿਹਾ। ਤੁਸੀਂ ਇਸ ਸਾਰੀ ਤਸਵੀਰ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕੁਝ ਵਾਪਰ ਰਿਹਾ, ਇੱਕ ਪਾਸੇ ਅੰਮ੍ਰਿਤ ਸੰਚਾਰ ਦੀ ਹੈ ਲੋਕਾਂ ਦੇ ਕਿ ਚੰਗੀ ਗੱਲ ਹੈ ਕਿ ਨੌਜਵਾਨ ਅੰਮ੍ਰਿਤ ਛਕ ਰਹੇ ਨੇ, ਨੌਜਵਾਨ ਨਸ਼ਿਆਂ ਤੋਂ ਖਹਿੜਾ ਛਡਾ ਰਹੇ ਨੇ। ਦੂਜੇ ਪਾਸੇ ਜਦੋਂ ਇਸ ਦਾ ਟਕਰਾਅ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਹਦੇ ਸਿੱਟੇ ਏਦਾਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬਿਹਤਰ ਨਹੀਂ ਹੋਣਗੇ। ਸੁਖਵਿੰਦਰ ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਇਹ ਜੋ ਵਰਤਾਰਾ ਆਪਣੇ ਸਾਹਮਣੇ ਚੱਲ ਰਿਹਾ ਹੋਇਆ ਹੈ, ਤੁਸੀਂ ਲਿੰਕ ਭੇਜਿਆ ਔਰ ਮੈਂ ਦੇਖ ਰਿਹਾ ਸੀਗਾ ਕਿ ਜਿਸ ਤਰ੍ਹਾਂ ਅਜਨਾਲੇ ਥਾਣੇ ਦੇ ਵਿੱਚ ਉਹ ਪਾਲਕੀ ਸਾਹਿਬ ਦੀ ਹਾਜ਼ਰੀ ਵਿੱਚ ਉਹ ਸ਼ਰਧਾਲੂ ਜਿਹੜੇ ਹੈ ਜਾਂ ਉਹਨਾਂ ਦੇ ਸਪੋਰਟਰ ਹੈ, ਉਹ ਥਾਣੇ ਦਾ ਘਿਰਾਓ ਕਰਦੇ ਹੈ। ਔਰ ਜਿਸ ਤਰ੍ਹਾਂ ਤੁਸੀਂ ਹੁਣੇ ਦੱਸ ਰਹੇ ਸੀਗੇ ਕਿ ਪ੍ਰਸ਼ਾਸਨ ਨੇ ਕੋਈ ਉਹਨਾਂ ਨਾਲ ਅੰਡਰਟੇਕਿੰਗ ਵੀ ਦਿੱਤੀ ਹੈ, ਸਮਝੌਤਾ ਵੀ ਖਾਸ ਕਿਸਮ ਦਾ ਹੋਇਆ ਵੀ ਅਸੀਂ ਤੁਹਾਨੂੰ ਇਹਨਾਂ ਨੂੰ ਰਿਹਾ ਕਰ ਦਿਆਂਗੇ ਤੇ ਕੇਸ ਵਾਪਸ ਲੈਣ ਲਈ ਕੋਈ ਸਮਾਂ ਮੰਗਿਆ। ਤੁਸੀਂ ਇਹ ਮੈਨੂੰ ਦੱਸ ਰਹੇ ਸੀਗੇ। ਇਹ ਤੇ ਤੱਥ ਨੇ ਜਿਹੜੇ ਸਾਡੇ ਸਾਹਮਣੇ ਨਜ਼ਰ ਆ ਰਹੇ ਆ। ਸੁਖਵਿੰਦਰ ਜੀ, ਇਹਨੂੰ ਆਪਾਂ ਕਹੀਏ ਨਾ, ਔਖਾ ਬੜਾ ਹੈ ਵੀ ਡੀਕੋਡ ਕਰਨਾ। ਪਿਛਲੀ ਵਾਰ ਵੀ ਸ਼ਾਇਦ ਆਪਾਂ ਨੂੰ ਇਸੇ ਮਸਲੇ ਤੇ ਇੱਕ ਸਵਾਲ ਤੁਹਾਡਾ ਇਹੀ ਸੀ ਤੇ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਉਹ ਇਹ ਹੈ ਕਿ ਪੰਜਾਬ ਦੇ ਵਿੱਚ ਜੋ ਇਹ ਜਿਸ ਤਰ੍ਹਾਂ ਦਾ ਇਹ ਹੁਣ ਚੱਲ ਰਿਹਾ ਹੋਇਆ ਨਾ ਜੀ, ਜਿਹੜਾ ਆਪਣਾ ਮਾਹੌਲ ਕ੍ਰੀਏਟ ਹੋ ਰਿਹਾ, ਜਿਸ ਤਰ੍ਹਾਂ ਦਾ ਮਾਹੌਲ ਹੋ ਰਿਹਾ ਹੋਇਆ, ਇਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਵੀ ਆਫਟਰ ਆਲ ਇਹ ਆਪਣੇ ਆਪ ਵਰਤਾਰਾ ਕੋਈ ਨਹੀਂ ਹੁੰਦਾ। ਉਸ ਵਰਤਾਰੇ ਦੀਆਂ ਜੜ੍ਹਾਂ ਕਿਤੇ ਪਈਆਂ ਹੁੰਦੀਆਂ, ਕੋਈ ਪਿਛੋਕੜ ਹੁੰਦਾ। ਇਹ ਕੋਈ ਗੱਲ ਇਹ ਤਾਂ ਨਹੀਂ ਵੀ ਆਪਣੇ ਆਪ ਕੋਈ ਫੌਰੀ ਤੌਰ ਤੇ ਇੱਕ ਵਰਤਾਰਾ ਹੋਂਦ ਵਿੱਚ ਆ ਗਿਆ। ਇਹਦੇ ਪਿੱਛੇ ਕੁਝ ਨਾ ਕੁਝ ਸੋਚ ਪਈ ਹੁੰਦੀ ਹੈ, ਕੁਝ ਜਥੇਬੰਦੀਆਂ ਹੁੰਦੀਆਂ ਨੇ, ਇੱਕ ਏਜੰਡਾ ਹੁੰਦਾ। ਹੁਣ ਆਪਾਂ ਨੂੰ ਇਹ ਦੇਖਣ ਦੀ ਲੋੜ ਹੈ ਕਿ ਇਹਦੇ ਪਿੱਛੇ ਇੱਕ ਏਜੰਡਾ ਕੀ ਹੈ, ਸੋਚ ਕੀ ਹੈ ਤੇ ਏਜੰਸੀਜ਼ ਕੀ ਨੇ। ਇਹ ਤਿੰਨੇ ਹੀ ਚੀਜ਼ਾਂ ਇਹਦੇ ਵਿੱਚ ਸ਼ਾਮਲ ਨੇ ਸੁਖਵਿੰਦਰ ਜੀ। ਇਹਨਾਂ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਪਹਿਲੀ ਗੱਲ ਤੇ ਇਹ ਹੈ ਕਿ ਖਾੜਕੂ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਹੈਗੀਆਂ, ਉਹਨਾਂ ਦੇ ਵਿੱਚ ਇਸ ਵੇਲੇ ਯਕਜਹਿਤੀ ਨਹੀਂ, ਸਹਿਮਤੀ ਨਹੀਂ ਹੈ। ਉਹ ਵੱਖ-ਵੱਖ ਸੋਚ ਨੂੰ ਲੈ ਕੇ ਅੱਗੇ ਤੁਰ ਰਹੀਆਂ ਹੋਈਆਂ। ਜਿਸ ਤਰ੍ਹਾਂ ਆਪਾਂ ਨੂੰ ਜਾਣਦੇ ਹਾਂ ਕਿ ਮਾਨ ਸਾਹਿਬ ਦਾ ਦ੍ਰਿਸ਼ਟੀਕੋਣ ਹੈਗਾ, ਜਾਂ ਜਿਹੜੇ ਪਹਿਲਾਂ ਖਾਲਿਸਤਾਨੀ ਲਹਿਰ ਦੇ ਵਿੱਚ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਰੋਲ ਪਲੇ ਕੀਤਾ ਔਰ ਅੱਜ ਜੇਲ੍ਹ ਤੋਂ ਉਹ ਬਾਹਰ ਹਨ, ਜਿਨ੍ਹਾਂ ਨੇ ਕੁਰਬਾਨੀਆਂ ਵੀ ਕੀਤੀਆਂ, ਜਿਸ ਦੇ ਵਿੱਚ ਦਲਜੀਤ ਬਿੱਟੂ ਹੋਣਾ ਦਾ ਨਾਂ ਆਪਾਂ ਕਰ ਸਕਦੇ ਹਾਂ, ਜਾਂ ਕੁਕੀ ਗਿੱਲ ਹੋਣਾ ਦਾ ਨਾਂ ਆਪਾਂ ਕਰ ਸਕਦੇ ਹਾਂ। ਅਜਿਹੇ ਬੰਦੇ ਵੀ ਹੈਗੇ ਜਿਨ੍ਹਾਂ ਨੇ ਬਹੁਤ ਵੱਡੇ ਕਾਰਜ ਕੀਤੇ। ਔਰ ਇਸੇ ਹੀ ਤਰ੍ਹਾਂ ਜਿਹੜੀਆਂ ਖਾੜਕੂ ਜਥੇਬੰਦੀ ਦਾ ਹੈੱਡਕੁਆਰਟਰ ਆਪਾਂ ਨੂੰ ਪਤਾ ਹੈ ਕਿ ਉਹ ਸੀਗੀ ਆਪਣੀ ਦਮਦਮੀ ਟਕਸਾਲ। ਦਮਦਮੀ ਟਕਸਾਲ ਅੱਜ ਕੱਲ੍ਹ ਜਿਹੜੇ ਅਨਸਰਾਂ ਦੇ ਹੱਥਾਂ ਵਿੱਚ ਹੈਗੀ ਆ, ਜਿਹੜੇ ਉਹਨਾਂ ਦੇ ਮੋਹਰੀ ਹਨ, ਉਹਨਾਂ ਦੀ ਕਾਰਗੁਜ਼ਾਰੀ ਤੋਂ ਖਾੜਕੂ ਸਫਾ ਬੰਦੀਆਂ ਜਿਹੜੀਆਂ ਹਨ, ਜਾਂ ਖਾੜਕੂ ਧਿਰਾਂ ਜਿਹੜੀਆਂ ਹਨ, ਜਿਹਨੂੰ ਆਪਾਂ ਮੋਟੇ ਤੌਰ ਤੇ ਖਾਲਿਸਤਾਨੀ ਸੋਚ ਕਹਿ ਦਈਏ, ਖਾਲਿਸਤਾਨੀ ਸੋਚ ਦੇ ਜਿਹੜੇ ਸਮਰਥਕ ਹਨ, ਉਹ ਅਜਿਹੇ ਬੰਦਿਆਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਨ।
ਉਹ ਨਵੀਂ ਲੀਡਰਸ਼ਿਪ ਇੱਕ ਉਸਾਰਨਾ ਚਾਹੁੰਦੇ ਹੈ, ਜਿਹੜੀ ਕਿ ਖਾਲਿਸਤਾਨੀ ਵਿਚਾਰਧਾਰਾ ਨੂੰ ਕੇਂਦਰ ਵਿੱਚ ਰੱਖ ਕੇ ਉਹ ਜਿਹੜੀ ਕਿ ਖੜੋਤ ਆ ਗਈ ਆ, ਉਹ ਖੜੋਤ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋਏ। ਉਹ ਖੜੋਤ ਨੂੰ ਤੋੜਨ ਦੀ ਕੋਸ਼ਿਸ਼ ਜੇ ਕੀਤੀ ਜਾਣੀ ਹੈ ਤਾਂ ਇੱਕ ਨਵੀਂ ਲੀਡਰਸ਼ਿਪ ਜਿਹੜੀ ਆ ਉਹ ਖੜੀ ਕਰਨੀ ਪੈਣੀ ਹੈ, ਔਰ ਉਹ ਨਵੀਂ ਲੀਡਰਸ਼ਿਪ ਖੜੀ ਕਰਨ ਦੇ ਆਹਰ ਵਿੱਚ ਹੀ ਇਹਨਾਂ ਐਕਟੀਵਿਟੀਜ਼ ਨੂੰ, ਇਹਨਾਂ ਸਾਰੀਆਂ ਵਰਤਾਰੇ ਨੂੰ ਆਪਾਂ ਇੱਕ ਤੇ ਇਸ ਐਂਗਲ ਤੋਂ ਸਮਝ ਸਕਦੇ ਹਾਂ ਕਿ ਖਾੜਕੂ ਸਫਬੰਦੀਆਂ ਦੇ ਵਿੱਚ ਇੱਕ ਨਵੀਂ ਲੀਡਰਸ਼ਿਪ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹਦੇ ਸਾਹਮਣੇ ਖਾਲਿਸਤਾਨ ਦਾ ਏਜੰਡਾ ਪ੍ਰਤੱਖ ਤੌਰ ਤੇ, ਨੁਮਾਇਆ ਤੌਰ ਤੇ ਐਕਟਿਵਲੀ ਪਰਸੂ ਕਰਨ ਦਾ ਏਜੰਡਾ ਹੋਏ। ਇੱਕ ਤੇ ਇਹ ਹੈ। ਦੂਸਰੀਆਂ ਧਿਰਾਂ ਜਿਹੜੀਆਂ ਹੈਗੀਆਂ ਉਹ ਇਸ ਵੇਲੇ ਉਹ ਇਹ ਵਿਚਾਰ ਬਣ ਰਿਹਾ ਹੈ ਉਹਨਾਂ ਦੇ ਜਿਹੜੇ ਸਪੋਰਟਰ ਨੇ ਕਿ ਇਹ ਹੁਣ ਨਰਮ ਹੋ ਗਈਆਂ ਨੇ, ਠੰਡੀਆਂ ਹੋ ਗਈਆਂ ਨੇ ਤੇ ਇਹ ਹੁਣ ਮਤਲਬ ਲੀਡਰਸ਼ਿਪ ਪ੍ਰੋਵਾਈਡ ਕਰਨ ਦੇ ਕਾਬਲ ਨਹੀਂ ਰਹੀਆਂ ਜਿਸ ਕਿਸਮ ਦੀ ਉਹ ਚਾਹੁੰਦੇ ਨੇ। ਇੱਕ ਤੇ ਆਪਾਂ ਇਹ ਦੇਖੀਏ, ਇਸ ਤਰ੍ਹਾਂ ਇਹਨੂੰ ਸਮਝ ਸਕਦੇ ਹਾਂ ਕਿ ਅੰਮ੍ਰਿਤਪਾਲ ਹੁਣਾਂ ਦੀ ਲੀਡਰਸ਼ਿਪ ਨੂੰ ਜਦੋਂ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਦੇ ਪਿੱਛੇ ਭੀੜਾਂ ਇਕੱਠੀਆਂ ਹੋ ਰਹੀਆਂ ਹੈ, ਤਾਂ ਆਪਾਂ ਨੂੰ ਇਹਨਾਂ ਅਨਸਰਾਂ ਦੀ, ਇਹਦੀ ਜਥੇਬੰਦੀਆਂ ਦੀ ਇਹਨੂੰ ਸਪੋਰਟ ਪਿੱਛੋਂ ਜੋ ਮਿਲ ਰਹੀ ਹੋਈ ਹੈ ਉਹਨੂੰ ਹੀ ਸਮਝਣਾ ਚਾਹੀਦਾ। ਇੱਕ ਤੇ ਇਹ ਹੈ ਜੀ। ਦੂਜੀ ਗੱਲ ਜਿਹੜੀ ਹੈਗੀ ਹੈ ਕਿ ਇੱਕ ਤੇ ਵਰਤਾਰਾ ਹੋ ਗਿਆ ਨਾ ਵੀ ਖਾੜਕੂ ਜਥੇਬੰਦੀਆਂ ਦੀ ਜਿਹੜਾ ਇਹ, ਦੂਸਰੀ ਹੈਗੀ ਆ ਕਿ ਸਟੇਟ ਦਾ ਰੋਲ ਕੀ ਹੋ ਸਕਦਾ। ਉਹ ਜਿਹਨੂੰ ਕਹਿੰਦੇ ਨਾ ਕਿ ਆਪਾਂ ਸਟੇਟ ਦਾ ਇਹ ਕੋਈ, ਮੇਰੇ ਮੁਤਾਬਕ ਇਹ ਹੈ ਸੁਖਵਿੰਦਰ ਜੀ, ਸਟੇਟ ਦਾ ਰੋਲ ਕੋਈ ਦੁੱਧ ਧੋਤਾ ਵਾਲਾ ਨਹੀਂ ਹੈ। ਆਪਾਂ ਨੂੰ ਕਹੀਏ ਕਿ ਇਹਨਾਂ ਨੂੰ ਬਰੀ ਕੀਤਾ ਜਾ ਸਕਦਾ ਹੈ ਕਿ ਜਿਸ ਢੰਗ ਨਾਲ ਉਹਨਾਂ ਨੇ ਅਜਿਹੇ ਮਸਲੇ ਨੂੰ ਨਜਿੱਠਣਾ ਸੀਗਾ, ਮਸਲਾ ਛੋਟੀ ਜਿਹੀ ਗੱਲ ਨੂੰ ਜਿਸ ਪੱਧਰ ਤੱਕ ਤੁਸੀਂ ਤੂਲ ਦਿੰਦੇ ਹੋ, ਉਹ ਜਦੋਂ ਤੂਲ ਦਿੱਤੀ ਜਾਂਦੀ ਹੈ ਤੇ ਉਹਦੇ ਇਹੋ ਜਿਹਾ ਰਿਜ਼ਲਟ ਨਿਕਲਣਾ ਲਾਜ਼ਮੀ ਹੁੰਦਾ ਹੈ। ਕਿਉਂਕਿ ਇਹ ਬਿਆਨ ਜਿਹੜੇ ਹਨ ਅੰਮ੍ਰਿਤਪਾਲ ਹੁਣਾਂ ਦੇ ਜਾਂ ਉਹਨਾਂ ਦੇ ਸਪੋਰਟਰਸ ਦੇ, ਇਹ ਕੋਈ ਲੁਕੀ ਛੁਪੀ ਗੱਲ ਤੇ ਹੈ ਨਹੀਂ ਗੀ। ਜਦੋਂ ਉਹ ਬਿਆਨ ਦਿੰਦੇ ਹਨ ਕਿ ਮੇਰੀ ਇਹ ਸੋਚ ਹੈ, ਮੇਰੀ ਇਹ ਪਹੁੰਚ ਹੈ, ਮੈਂ ਇਹਦੇ ਤਹਿਤ ਕਾਰਜ ਕਰ ਰਿਹਾ ਹੋਇਆ ਹਾਂ, ਤੇ ਜਦੋਂ ਤੁਸੀਂ ਉਹਨਾਂ ਸੈਕਸ਼ਨ ਨੂੰ ਇੱਕ ਤਰ੍ਹਾਂ ਦੀ ਚੁਣੌਤੀ ਦਿਓਗੇ, ਉਹਨਾਂ ਦਾ ਬੰਦਾ ਗ੍ਰਿਫਤਾਰ ਕਰੋਗੇ। 751 ਦਾ ਕੇਸ ਸੀ ਨਾ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ, ਔਰ ਜਿਸ ਢੰਗ ਨਾਲ 751 ਦੇ ਕੇਸ ਨੂੰ ਇੰਨਾ ਮਹੱਤਵਪੂਰਨ ਬਣਾ ਕੇ ਤੁਸੀਂ ਉਹਨੂੰ ਟੈਕਲ ਕਰਨਾ ਚਾਹੁੰਦੇ ਹੋ ਮਸਲੇ ਨੂੰ, ਤੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਉਹਨਾਂ ਅਨਸਰਾਂ ਨੂੰ ਸਿੱਧੀ ਇਹਨੇ ਵਿੱਚ ਚੁਣੌਤੀ ਦੇਣਾ ਚਾਹੁੰਦੇ ਹੋ ਵੀ ਤੁਸੀਂ ਜੋ ਕਰਨਾ ਕਰ ਲਓ, ਦੇਖੋ ਤੁਹਾਡਾ ਬੰਦਾ ਅਸੀਂ ਫੜ ਲਿਆ ਤੇ ਉਹਨੂੰ ਅਸੀਂ ਉਹ ਜੁਡੀਸ਼ੀਅਲ ਰਿਮਾਂਡ ਲੈ ਕੇ ਜੇਲ੍ਹ 'ਚ ਭੇਜ ਦਿੱਤਾ ਹੋਇਆ। ਹੁਣ ਇਹ ਹੈ ਲਾ ਪਾ ਕੇ ਕਿ ਜੇ ਹੁਣ ਅੰਮ੍ਰਿਤਪਾਲ ਹੁਣੇ ਇਹ ਤੇ ਰਿਐਕਟ ਨਹੀਂ ਕਰਦੇ, ਆਪਣੇ ਸਪੋਰਟਰਸ ਨੂੰ ਜਥੇਬੰਦ ਨਹੀਂ ਕਰਦੇ, ਉਹਨਾਂ ਨੂੰ ਲੀਡਰਸ਼ਿਪ ਪ੍ਰੋਵਾਈਡ ਨਹੀਂ ਕਰਦੇ, ਤੇ ਉਹਨਾਂ ਦੀ ਵੀ ਫੇਸ ਸੇਵਿੰਗ ਨਹੀਂ ਹੁੰਦੀ। ਇਹ ਉਹਨਾਂ ਦੀ ਵੀ ਮਜਬੂਰੀ ਹੈ। ਸੁਖਵਿੰਦਰ ਜੀ, ਆਪਾਂ ਨੂੰ ਪਤਾ ਹੈ ਕਿ ਜਦੋਂ ਕੋਈ ਵੀ ਅਸੀਂ ਜਿਹੜੀ ਮੂਵਮੈਂਟ ਹੁੰਦੀ ਹੈ ਉਹਦੇ ਵਿੱਚ ਖਾਸ ਕਿਸਮ ਦੀਆਂ ਅਸੀਂ ਫੋਰਸਸ ਅਨਲੀਸ਼ ਕਰਦੇ ਹਾਂ, ਇੱਕ ਖਾਸ ਕਿਸਮ ਦੀ ਮੋਬਿਲਾਈਜੇਸ਼ਨ ਹੁੰਦੀ ਹੈ। ਜਿਸ ਕਿਸਮ ਦੇ ਅਨਸਰ ਮੋਬਿਲਾਈਜ਼ ਹੁੰਦੇ ਆ ਉਹਨਾਂ ਨੂੰ ਕੰਟਰੋਲ ਕਰਨਾ ਫਿਰ ਬੜਾ ਔਖਾ ਹੋ ਜਾਂਦਾ। ਜੇ ਲੀਡਰਸ਼ਿਪ ਠੰਡੀ ਜੀ ਪੈ ਜਾਏ, ਢੱਡੀ ਮਿੱਠੀ ਪੈ ਜਾਏ ਨਾ, ਤੇ ਫਿਰ ਉਹਨਾਂ ਪ੍ਰਤੀ ਵੀ ਜਿਹਨੂੰ ਕਹੀਏ ਕਿ ਮਿਸਗਿਵਿੰਗ ਲੀਡਰਸ਼ਿਪ ਤੇ ਵੀ ਪ੍ਰਸ਼ਨ ਉੱਠਦੇ ਆ। ਸੋ ਉਹ ਲੀਡਰਸ਼ਿਪ ਦੀ ਵੀ ਇਹ ਮਜਬੂਰੀ ਹੈਗੀ ਹੈ ਕਿ ਉਹਨਾਂ ਨੇ ਇਹੋ ਜਿਹਾ ਰਿਸਪੌਂਸ ਦੇਣਾ ਹੀ ਦੇਣਾ ਸੀਗਾ ਸੁਖਵਿੰਦਰ ਜੀ। ਜੇ ਉਹ ਨਾ ਦੇਣ ਤੇ ਉਹਨਾਂ ਦੀ ਦਿੱਖ ਜਾਂ ਉਹਨਾਂ ਦਾ ਸਟੈਂਡ ਉਹ ਕਾਇਮ ਨਹੀਂ ਰਹਿੰਦਾ। ਸਾਨੂੰ ਇਸ ਐਂਗਲ ਤੋਂ ਵੀ ਦੇਖਣ ਦੀ ਲੋੜ ਹੈ ਕਿ ਅੰਮ੍ਰਿਤਪਾਲ ਹੁਣਾਂ ਕੋਲ ਇੱਕ ਹੋਰ ਚਾਰਾ ਵੀ ਕੀ ਸੀਗਾ। He had to react ਜਿਸ ਕਿਸਮ ਦੀ ਚੁਣੌਤੀ ਦਿੱਤੀ ਗਈ ਸੀ। ਹੁਣ ਦੋ ਗੱਲਾਂ ਹੋਰ ਸੁਖਵਿੰਦਰ ਜੀ ਜਿਹੜੀਆਂ ਮੇਰੇ ਲਈ ਲੱਗਦਾ ਕਿ ਇਹਦਾ ਅਸਰ ਕੀ ਪੈਣ ਜਾ ਰਿਹਾ। ਪਹਿਲੀ ਗੱਲ ਤੇ ਇਹ ਹੈ ਕਿ ਪੰਜਾਬ ਦਾ ਜਿਸ ਕਿਸਮ ਦਾ ਮਾਹੌਲ ਬਣਿਆ ਹੋਇਆ ਇਸ ਵੇਲੇ, ਉਹ ਮਾਹੌਲ ਹਿੰਦੁਸਤਾਨ ਭਰ ਵਿੱਚ ਇਹ ਬਹੁਤ ਨੈਗੇਟਿਵ ਜਿਹਾ ਇਹਦਾ ਚਿਤਰਨ ਹੋ ਰਿਹਾ ਹੋਇਆ ਪੰਜਾਬ ਤੋਂ ਬਾਹਰ, ਔਰ ਖਾਸ ਕਰਕੇ ਗੈਰ ਸਿੱਖ ਵਸੋਂ ਦੇ ਵਿੱਚ ਜਿਸ ਕਿਸਮ ਦਾ ਇਹ ਵਰਤਾਰਾ ਹੈ ਔਰ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਇਸ ਨੂੰ ਪ੍ਰੋਜੈਕਟ ਕੀਤਾ ਜਾ ਰਿਹਾ ਹੈ, ਉਹ ਸਿੱਖਾਂ ਲਈ ਤਸ਼ਵੀਸ਼ਜਨਕ ਹੈ।
ਇਹ ਮੈਨੂੰ ਲੱਗਦਾ ਕਿ ਸਾਨੂੰ ਬਹੁਤ ਚੇਤਨ ਹੋਣ ਦੀ ਲੋੜ ਹੈ ਕਿ ਇਹ ਵਰਤਾਰਾ ਕਿਤੇ ਬਹੁਤ ਗਲਤ ਨਤੀਜਿਆਂ ਵੱਲ ਨੂੰ ਨਾ ਸਾਨੂੰ ਲੈ ਜਾਏ, ਸਾਨੂੰ ਬਹੁਤ ਕਸੂਤੀ ਸਥਿਤੀ ਵਿੱਚ ਨਾ ਫਸਾ ਦੇਏ। ਇਹਦੇ ਬਾਰੇ ਸਾਨੂੰ ਚੇਤਨ ਹੋਣ ਦੀ ਲੋੜ ਹੈ। ਸਿੱਖ ਭਾਈਚਾਰੇ ਨੂੰ ਬਹੁਤ ਹੀ ਇਹਦੇ ਬਾਰੇ ਸੋਚ ਵਿਚਾਰ ਕਰਕੇ ਇੱਕ ਖਾਸ ਕਿਸਮ ਦਾ ਦ੍ਰਿਸ਼ਟੀਕੋਣ ਜਿਹੜਾ ਬਣਾਉਣਾ ਚਾਹੀਦਾ ਹੈ, ਇੱਕ ਰਾਏ ਬਣਾਉਣ ਦੀ ਲੋੜ ਹੈ। ਇਹ ਲਾਜ਼ਮੀ ਹੈ, ਜੇ ਨਹੀਂ ਬਣੇਗਾ ਤੇ ਆਉਣ ਵਾਲਾ ਸਮਾਂ ਸਿੱਖ ਭਾਈਚਾਰੇ ਵਾਸਤੇ ਕੁਝ ਸਿਖਾਵਾਂ ਨਹੀਂ ਹੋਣਾ। ਇਹ ਜਿਹਨੂੰ ਕਹੀਏ ਕਿ ਸਿੱਖ ਜਿਹੜੀ ਵੀ ਲੀਡਰਸ਼ਿਪ ਸਾਡੀ ਹੈਗੀ ਹੈ, ਉਹ ਸਾਰਿਆਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ, ਇੱਕ ਰਾਏ ਬਣਾਉਣੀ ਪੈਣੀ ਹੈ ਕਿ ਅਸੀਂ ਇਹ ਜਿਸ ਕਿਸਮ ਦੇ ਰੁਝਾਨ ਪੈਦਾ ਹੋ ਰਹੇ ਹੋਏ ਹੈ, ਇਹਨਾਂ ਰੁਝਾਨਾਂ ਨੂੰ ਅਸੀਂ ਕਿਸ ਤਰ੍ਹਾਂ ਦੇਖਣਾ ਹੈ। ਕੀ ਇਹਨਾਂ ਨੂੰ ਪ੍ਰੋਤਸਾਹਨ ਦੇਣਾ ਹੈ ਜਾਂ ਇਹਨਾਂ ਨੂੰ ਠੱਲ ਪਾਉਣੀ ਹੈ? ਤੇ ਜੇ ਠੱਲ ਪਾਉਣੀ ਹੈ ਤੇ ਉਹਦੇ ਵਾਸਤੇ ਇੱਕ ਵਿਉਂਤਬੰਦੀ ਕਰਨ ਦੀ ਲੋੜ ਹੈ। ਇਹਦੇ ਵਾਸਤੇ ਮੈਂ ਸਮਝਦਾ ਕਿ ਸਥਾਪਿਤ ਲੀਡਰਸ਼ਿਪ ਵੱਖ-ਵੱਖ ਸੋਚ ਵਾਲੇ ਜਿਹੜੇ ਹਨ, ਯਾਨੀ ਕਿ ਅੰਮ੍ਰਿਤਪਾਲ ਹੁਣਾਂ ਤੋਂ ਪਾਸੇ ਹਟਵੇਂ ਜਿਹੜੇ ਲੀਡਰਸ਼ਿਪ ਹੈਗੀ ਆ, ਉਹਨਾਂ ਸਾਰਿਆਂ ਨੂੰ ਭਾਵੇਂ ਕਿਸੇ ਕਿਸਮ ਦੀ ਸੋਚ ਵਾਲੇ ਹੋਣ, ਭਾਵੇਂ ਖਾੜਕੂ ਹੋਣ ਤੇ ਭਾਵੇਂ ਉਦਾਰਵਾਦੀ ਹੋਣ, ਸੰਵਿਧਾਨ ਦੇ ਵਿੱਚ ਵਿਚਰਨ ਵਾਲੇ ਹੋਣ, ਉਹਨਾਂ ਸਾਰਿਆਂ ਨੂੰ ਸੋਚਣਾ ਪੈਣਾ ਹੈ ਕਿ ਕੀ ਭਲਾ ਇਹ ਹੁਣ ਜੋ ਵਰਤਾਰਾ ਹੋ ਰਿਹਾ ਹੋਇਆ, ਜਿਸ ਕਿਸਮ ਦੇ ਹਾਲਾਤ ਪੈਦਾ ਹੋ ਰਹੇ ਹੋਏ ਹੈ, ਇਹਦੇ ਬਾਰੇ ਚੁੱਪ ਹੀ ਕਰਨਾ ਹੈ ਔਰ ਇਹ ਸਿਚੁਏਸ਼ਨ ਨੂੰ ਆਪਾਂ ਨੇ ਇਹਨੂੰ ਬਦਤਰ ਹੋਣ ਦੀ ਇਜਾਜ਼ਤ ਦੇਣੀ ਹੈ। ਤਾਂ ਜੇ ਇਹ ਗੱਲ ਹੁੰਦੀ ਹੈ ਤੇ ਫਿਰ ਮੈਨੂੰ ਲੱਗਦਾ ਹੈ ਕਿ ਜੋ ਸਟੇਟ ਦਾ ਇੱਕ ਹੁੰਦਾ ਨਾ, ਜਿਹਨੂੰ ਆਪਾਂ ਕਹਿੰਦੇ ਏਜੰਸੀਜ਼ ਦਾ ਆਪਰੇਸ਼ਨ ਹੋਣਾ, ਏਜੰਸੀਜ਼ ਇੱਕ ਸਥਿਤੀ ਇਹੋ ਜਿਹੀਆਂ ਕ੍ਰੀਏਟ ਕਰਦੀਆਂ ਹੁੰਦੀਆਂ ਆਪਣੇ ਸਿਆਸੀ ਮਫਾਦ ਨੂੰ ਹਿੱਤ ਵਿੱਚ ਰੱਖਦੇ ਹੋਏ। ਇਹ ਕਦੇ ਸਾਨੂੰ ਸੁਖਵਿੰਦਰ ਜੀ ਭੁੱਲਣਾ ਨਹੀਂ ਚਾਹੀਦਾ ਕਿ ਕਿਸੇ ਵੀ ਗੱਲ ਨੂੰ, ਕੋਈ ਵੀ ਵਰਤਾਰਾ ਜਿਹੜਾ ਹੈ, ਉਹਨੂੰ ਵੱਡੇ ਸਿਆਸੀ ਵਰਤਾਰੇ ਨਾਲੋਂ ਅੱਡ ਕਰਕੇ ਨਹੀਂ ਦੇਖਿਆ ਜਾ ਸਕਦਾ। ਕਿ ਜਿਸ ਕਿਸਮ ਦੀ ਸਿਆਸਤ ਪੰਜਾਬ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਕਿਸਮ ਦੀ ਸਿਆਸਤ ਆਉਣ ਵਾਲੀਆਂ 24 ਦੇ ਵਿੱਚ ਇਲੈਕਸ਼ਨ ਜਿੱਤਣ ਦੀ ਵੱਖ-ਵੱਖ ਜਿਹੜੀਆਂ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਹੈ, ਉਹਨੂੰ ਆਪਾਂ ਉਹਦੇ ਸੰਦਰਭ ਤੋਂ ਤੋੜ ਕੇ ਇਸ ਵਰਤਾਰੇ ਨੂੰ ਨਹੀਂ ਦੇਖ ਸਕਦੇ। ਸੋ ਇਹ ਪੱਖ ਵੀ ਸਾਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਸੁਖਵਿੰਦਰ ਜੀ, ਇੱਕ ਗੱਲ ਨਿੱਕੀ ਜੀ ਮੈਂ ਹੋਰ ਕਰਦਾ, ਉਸ ਤੋਂ ਬਾਅਦ ਆਪਾਂ ਫਿਰ ਵਿਚਾਰ ਕਰਦੇ ਹਾਂ। ਉਹ ਇਹ ਕਿ ਜੋ ਜਿਸ ਕਿਸਮ ਦਾ ਮਾਹੌਲ ਇਹ ਬਣ ਰਿਹਾ ਹੋਇਆ, ਇੱਕ ਚਲੋ ਤੇ ਸਿੱਖ ਭਾਈਚਾਰੇ ਦੀ ਹੋ ਗਈ, ਦੂਸਰੀ ਆਪਾਂ ਪੰਜਾਬ ਨੂੰ ਰਾਜ ਦੇ ਤੌਰ ਤੇ, ਸੂਬੇ ਦੇ ਤੌਰ ਤੇ ਲਈਏ ਕਿ ਜਿਸ ਕਿਸਮ ਦੀ ਸਾਡੀ ਆਰਥਿਕਤਾ ਹੈ, ਆਪਾਂ ਨੂੰ ਪਤਾ ਹੈ ਇਹਦੇ ਬਾਰੇ ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ। ਇਸ ਵਿਗੜੀ ਹੋਈ ਆਰਥਿਕਤਾ ਨੂੰ ਹੋਰ ਬਦਤਰ ਬਣਾਉਣ ਵਾਸਤੇ ਜਿਸ ਕਿਸਮ ਦਾ ਕੇਂਦਰ ਵੱਲੋਂ ਪਾਲਿਸੀਜ਼ ਬਣਾਈਆਂ ਜਾ ਰਹੀਆਂ ਨੇ ਕਿ ਕਿਸੇ ਤਰ੍ਹਾਂ ਬਾਂਹ ਮਰੋੜੀ ਜਾਏ, ਜੋ ਵੀ ਆਮਦਨ ਦੇ ਸਾਧਨ ਹੁੰਦੇ ਹਨ ਪੰਜਾਬ ਦੇ, ਉਹਨਾਂ ਨੂੰ ਵੀ ਨਾ ਦਿੱਤਾ ਜਾਏ, ਉਹਨਾਂ ਤੇ ਵੀ ਰੋਕ ਲਾ ਦਿੱਤੀ ਜਾਏ, ਉਹਨਾਂ ਤੇ ਵੀ ਕਾਟਾ ਵੱਡਾ ਫੇਰ ਦਿੱਤਾ ਜਾਏ। ਔਰ ਇਹ ਹੁਣ ਤੁਸੀਂ ਦੇਖੋ ਕਿ ਅੱਜ 23 ਤੇ 24 ਇਨਵੈਸਟਮੈਂਟ ਵਾਸਤੇ ਵੀ ਯਤਨ ਸਟੇਟ ਵੱਲੋਂ ਕੀਤੇ ਜਾ ਰਹੇ ਆ। ਤੇ ਜੇ ਸੁਖਵਿੰਦਰ ਜੀ ਇਹੋ ਜਿਹਾ ਮਾਹੌਲ ਮੀਡੀਆ ਦੇ ਵਿੱਚ ਆਉਂਦਾ ਹੈ, ਇਹੋ ਜਿਹਾ ਸਾਰੇ ਚੈਨਲਾਂ ਤੇ ਆ ਰਿਹਾ ਹੋਇਆ, ਭਲਾ ਇਹਦੇ ਨਾਲ ਇਨਵੈਸਟਮੈਂਟ ਸੰਭਵ ਹੋਏਗੀ? ਪਰ ਸੁਖਵਿੰਦਰ ਜੀ, ਸਾਨੂੰ ਇਹ ਵੀ ਦੇਖਣ ਦੀ ਲੋੜ ਹੈ ਕਿ 23-24 ਨੂੰ ਹੀ ਇਹ ਇੱਕ ਇਨਵੈਸਟਮੈਂਟ ਦੀ ਸਮਿਟ ਬੁਲਾਈ ਜਾ ਰਹੀ ਹੈ, ਉਹ ਤੇ ਕੀਤੀ ਜਾ ਰਹੀ ਹੈ, ਉਦੋਂ ਹੀ ਇਹ ਵਰਤਾਰਾ ਹੋ ਰਿਹਾ ਹੋਇਆ ਤੇ ਇੱਕ ਪਾਸੇ ਧਰਨੇ ਵੀ ਲੱਗ ਰਹੇ ਹੋਏ, ਆਪਾਂ ਨੂੰ ਪਤਾ ਹੋਇਆ ਟਰੈਕ ਰੋਕੇ ਜਾ ਰਹੇ ਕਿਸਾਨ ਜਥੇਬੰਦੀਆਂ ਵੱਲੋਂ। ਭਲਾ ਇਹ ਜਿਸ ਕਿਸਮ ਦਾ ਮਾਹੌਲ ਬਣਾਇਆ ਜਾ ਰਿਹਾ ਜਾਂ ਬਣ ਰਿਹਾ ਹੋਇਆ ਹੈ, ਇਹ ਕਿਸ ਕਿਸਮ ਦੀ ਇਹ ਦ੍ਰਿਸ਼ਟੀਕੋਣ ਲੈ ਕੇ ਕੀਤਾ ਜਾ ਰਿਹਾ ਸਾਰਾ ਕੁਝ? ਜੇ ਇਹ ਹੁੰਦਾ ਹੈ ਤੇ ਇਹਦੇ ਵਿੱਚੋਂ ਭਲਾ ਕਿਸ ਕਿਸਮ ਦੀ ਸਿਆਸਤ ਨਿਕਲਦੀ ਹੈ ਤੇ ਭਲਾ ਇਨਵੈਸਟਮੈਂਟ ਹੋ ਸਕੇਗੀ ਭਲਾ ਇਸ ਮਾਹੌਲ ਦੇ ਵਿੱਚੋਂ? ਔਰ ਇੱਕ ਛੋਟੀ ਜੀ ਗੱਲ ਮੈਂ ਹੋਰ ਐਡ ਕਰਦੇ ਹਾਂ, ਜੇ ਤੁਸੀਂ ਇਜਾਜ਼ਤ ਦਿਓ, ਉਹ ਇਹ ਹੈ ਜੀ ਜਾਰੀ ਕਿ ਇਹ ਪਹਿਲੀ ਵਾਰ ਸੁਖਵਿੰਦਰ ਜੀ ਮੈਂ ਦੇਖ ਰਿਹਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪਾਲਕੀ ਸਾਹਿਬ ਨੂੰ ਅੱਗੇ ਰੱਖ ਕੇ ਇੱਕ ਸਿਆਸੀ, ਜਿਹਨੂੰ ਕਹੀਏ ਜਾਂ ਇੱਕ ਆਪਾਂ ਕਹੀਏ ਕਿ ਇਹ ਮੋਰਚਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਹੋਰ ਥਾਂ ਵੀ ਹੁੰਦੇ, ਆਪਾਂ ਨੂੰ ਪਤਾ, ਜਦੋਂ ਬਾਈਬਲ ਹੋਇਆ ਸੀ ਉੱਥੇ ਵੀ ਇਹ ਪ੍ਰਕਾਸ਼ ਕਰਕੇ ਹੁੰਦਾ ਸੀਗਾ, ਉਹ ਇੱਕ ਸਥਾਨ ਤੇ ਹੁੰਦਾ ਸੀ, ਉਹ ਪ੍ਰਕਾਸ਼ ਹੋ ਜਾਂਦਾ ਸੀ, ਸੰਗਤਾਂ ਬੈਠਦੀਆਂ ਸੀਗੀਆਂ ਉੱਥੇ ਗੱਲ।
ਪਰ ਇਹ ਯਾਨੀ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਲੈ ਕੇ ਵਹੀਰ ਦੇ ਰੂਪ ਵਿੱਚ, ਜਲੂਸ ਦੇ ਰੂਪ ਵਿੱਚ ਅਸੀਂ ਇੱਕ ਸਟੇਟ ਦੇ ਇੰਸਟੀਟਿਊਸ਼ਨ ਦੇ ਉੱਪਰ ਐਕਟ ਕਰਦੇ ਹਾਂ, ਉੱਥੇ ਐਂਟਰ ਕਰਦੇ ਹਾਂ। ਯਾਨੀ ਕਿ ਇਹ ਸਟੇਟ ਨੂੰ ਚੁਣੌਤੀ ਹੈ ਸਿੱਧੀ। ਜਦੋਂ ਸਟੇਟ ਦੀ ਸੱਤਾ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਔਰ ਗੁਰੂ ਗ੍ਰੰਥ ਸਾਹਿਬ ਅੱਗੇ ਪਾਲਕੀ ਸਾਹਿਬ ਹੁੰਦੇ ਹਨ, ਇਹ ਮੈਂ ਪਹਿਲੀ ਵਾਰ ਦੇਖ ਰਿਹਾ। ਮੇਰੇ ਧਿਆਨ ਵਿੱਚ ਸੁਖਵਿੰਦਰ ਜੀ ਇਹ ਹੈ ਨਹੀਂ, ਜਿਹੜੀ ਕਿ ਮੈਨੂੰ ਲੱਗਦਾ ਹੈ ਕਿ ਇਹ ਮੇਰੇ ਵਾਸਤੇ ਤੇ ਬਹੁਤ ਹੀ ਇਹ ਸੋਚਣ ਵਿਚਾਰਨ ਵਾਲਾ ਮਸਲਾ ਹੈ ਸੁਖਵਿੰਦਰ ਜੀ, ਕਿ ਜਦੋਂ ਅਸੀਂ ਸਟੇਟ ਨਾਲ ਅਸੀਂ ਭਿੜਨਾ ਹੈ, ਇਹ 'ਚ ਕੋਈ ਸ਼ੱਕ ਨਹੀਂ। ਸਟੇਟ ਧੱਕਾ ਕਰਦੀ ਆ, ਉਹਦਾ ਜਵਾਬ ਦੇਣਾ ਹੈ, ਜਥੇਬੰਦਕ ਤੌਰ ਤੇ ਜਵਾਬ ਦੇਣਾ ਅਸੀਂ। ਪਰ ਉਹ ਜਥੇਬੰਦਕ ਜਵਾਬ ਦੇਣ ਵਾਸਤੇ ਕੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਾਲਕੀ ਸਾਹਿਬ ਅੱਗੇ ਲਾ ਕੇ ਥਾਣਿਆਂ ਦੇ ਵਿੱਚ ਜਾ ਕੇ ਇਸ ਤਰ੍ਹਾਂ ਕਰਾਂਗੇ? ਭਲਾ ਇਹ ਕਿਸ ਕਿਸਮ ਦਾ ਵਰਤਾਰਾ ਹੋਏਗਾ ਤੇ ਕੀ ਸਿਨਾਰੀਓ ਹੋਏਗਾ? ਇਹ ਮੈਨੂੰ ਬਹੁਤ ਵਿਸਫੋਟਜਨਕ ਲੱਗਦਾ ਹੈ ਸੁਖਵਿੰਦਰ ਜੀ, ਬਹੁਤ ਐਕਸਪਲੋਸਿਵ ਲੱਗਦਾ ਹੈ ਮੈਨੂੰ। ਇਹਦੇ ਵਿੱਚੋਂ ਖਤਰਨਾਕ ਜਿਹੜੀਆਂ ਨਾ ਸੰਭਾਵਨਾਵਾਂ ਨਿਕਲਣ ਦੀ ਸੰਭਾਵਨਾ ਹੋ ਸਕਦੀ ਹੈ। ਮੈਂ ਤਾਂ ਇੱਥੇ ਇਹ ਆਪਣੀ ਤਸ਼ਵੀਸ਼ ਜਾਂ ਆਪਣਾ ਡਰ ਜਾਂ ਤੌਖਲਾ ਪ੍ਰਗਟ ਕਰ ਰਿਹਾ ਸੁਖਵਿੰਦਰ ਜੀ, ਕਿ ਇਹ ਸਾਰਾ ਇਹ ਫਿਨੋਮੀਨਨ ਨੂੰ, ਇਹ ਮੈਂ ਕੁਝ ਨੁਕਤੇ ਤੁਹਾਡੇ ਨਾਲ ਸਾਂਝੇ ਕੀਤੇ ਹੈ। ਹੁਣ ਆਪਾਂ ਜੋ ਤੁਹਾਡੇ ਪ੍ਰਸ਼ਨ ਹੈ ਉਹਨਾਂ ਬਾਰੇ ਆਪਾਂ ਗੱਲ ਕਰ ਲੈਂਦੇ। ਜੀ ਸੁਖਵਿੰਦਰ ਜੀ। ਬਿਲਕੁਲ ਡਾਕਟਰ ਸਾਹਿਬ, ਸਵਾਲ ਦੋ ਤਿੰਨ ਸ਼ਾਇਦ ਮੈਂ ਇਕੱਠੇ ਕਰਾਂਗਾ ਕਿ ਇੱਕ ਪਾਸੇ ਤਾਂ ਅਸੀਂ ਇਹ ਗੱਲ ਕਹਿੰਦੇ ਆ ਕਿ ਸਟੇਟ ਦੇ ਨਾਲ ਜਾਂ ਹਕੂਮਤ ਦੇ ਨਾਲ ਜਾਂ ਕੇਂਦਰ ਜਿਹੜੀ ਹੈ ਉਹ ਪੰਜਾਬ ਨੂੰ ਉਸ ਤਰੀਕੇ ਦੇ ਨਾਲ ਮਤਲਬ ਕਿ ਸਟੇਬਲ ਨਹੀਂ ਰਹਿਣ ਦੇਣਾ ਚਾਹੁੰਦੀ, ਜਾਂ ਜੋ ਕੁਝ ਪੰਜਾਬ ਦਾ ਸੰਗ ਘੁੱਟਿਆ ਜਾ ਰਿਹਾ, ਇਹਦੇ ਉੱਤੇ ਪੰਜਾਬ ਸਰਕਾਰ ਦੀ ਚੁੱਪੀ, ਕਿਉਂਕਿ ਇੱਥੇ ਤਾਂ ਕੋਈ ਕੇਂਦਰ ਦਾ ਕੋਈ ਉਹੋ ਜਿਹਾ ਹੈ ਨਹੀਂ, ਨਾ ਕੇਂਦਰ ਦੀ ਬੀਜੇਪੀ ਦਾ ਕੋਈ ਉਹੋ ਜਿਹਾ ਦਖਲ ਹੈ। ਇੱਥੇ ਸਿਰਫ ਆਮ ਆਦਮੀ ਪਾਰਟੀ ਦੀ, ਉਹ ਵੀ ਬਹੁਮਤ ਵਾਲੀ ਸਰਕਾਰ ਹੈ, 92 ਸੀਟਾਂ ਹੋਣ, ਤੇ ਉਹਨਾਂ ਇਸ ਪੂਰੇ ਮਾਮਲੇ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਟੈਕਲ ਕੀਤਾ ਜਾ ਰਿਹਾ ਹੈ, ਉਹ ਵੀ ਆਪਣੇ ਆਪ 'ਚ ਬੜੇ ਵੱਡੇ ਸਵਾਲ ਖੜੇ ਕਰਦਾ ਹੈ ਕਿ ਠੀਕ ਹੈ, ਕੇਂਦਰ ਨੂੰ ਲਾਹਾ 2024 ਹੋ ਸਕਦਾ, ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਫਾਇਦਾ ਆ? ਉਹਨਾਂ ਨੂੰ ਤਾਂ ਘਾਟਾ ਹੀ ਘਾਟਾ ਜੇ ਪੰਜਾਬ ਦੇ ਵਿੱਚ ਸਰਕਾਰ ਹੈ। ਫਿਰ ਜਦੋਂ ਧਰੂਵੀਕਰਨ ਦੀ ਗੱਲ ਆਉਂਦੀ ਆ ਕਿ ਕਿਸ ਤਰੀਕੇ ਦੇ ਨਾਲ ਧਰੂਵੀਕਰਨ ਕਰਨਾ ਆ, ਤਾਂ ਉਹਦੇ ਵਿੱਚ ਅੰਮ੍ਰਿਤਪਾਲ ਹੋਰੀ ਕਹਿੰਦੇ ਨੇ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਇੱਕ ਵਾਰ ਕਿਤੇ ਹਿੰਦੂ ਰਾਸ਼ਟਰ ਨੂੰ ਲੈ ਕੇ ਬੋਲਣ ਕਿ ਜਿਹੜੇ ਲੋਕ ਹਿੰਦੂ ਰਾਸ਼ਟਰ ਬਾਰੇ ਗੱਲ ਕਰ ਰਹੇ ਨੇ ਉਹਨਾਂ ਬਾਰੇ ਉਹਨਾਂ ਦਾ ਕੀ ਕਹਿਣਾ? ਉਹ ਕਹਿੰਦੇ ਖਾਲਿਸਤਾਨ ਨੂੰ ਲੈ ਕੇ ਤਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਇਹਦੀ ਜੜ੍ਹਾਂ ਨਹੀਂ ਲੱਗਣ ਦੇਵਾਂਗੇ, ਮਤਲਬ ਕਿ ਕੁਚਲ ਦੇਵਾਂਗੇ, ਤੇ ਹਿੰਦੂ ਰਾਸ਼ਟਰ ਬਾਰੇ ਉਹ ਕਹਿੰਦੇ ਬੋਲ ਕੇ ਦੇਖੋ, ਲੋਕ ਤੁਹਾਨੂੰ ਉੱਥੇ ਨਹੀਂ ਰਹਿਣ ਦੇਣਗੇ ਜਿੱਥੇ ਤੁਸੀਂ ਹੈਗੇ ਹੋ। ਇਹਦੇ ਉੱਤੇ ਕੇਂਦਰ ਦੀ ਵੀ ਚੁੱਪੀ ਆ ਕਿ ਅੰਮ੍ਰਿਤਪਾਲ ਸਿੰਘ ਸਿੱਧਾ ਉੱਥੇ ਚੈਲੰਜ ਕਰ ਰਹੇ ਨੇ। ਤੀਜਾ ਮੇਰਾ ਸਵਾਲ ਹੈ ਨੌਜਵਾਨੀ ਨੂੰ ਲੈ ਕੇ, ਇੱਕ ਅੱਧਾ ਬੰਦਾ ਜਾਂ ਕੁਝ ਸੈਂਕੜਿਆਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਏਜੰਸੀਆਂ ਵੱਲੋਂ ਜਾਂ ਫਿਰ ਪ੍ਰੋਪੇਗੰਡੇ ਦੇ ਤਹਿਤ ਹੋ ਸਕਦਾ ਕੋਈ ਪਲਾਂਟ ਵੀ ਹੋ ਸਕਦਾ, ਪਰ ਇੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦਾ ਇੱਕੋ ਦਮ ਉਬਲ ਕੇ ਸਾਹਮਣੇ ਆਉਣਾ ਅੰਮ੍ਰਿਤਪਾਲ ਸਿੰਘ ਦੇ ਨਾਲ ਜਾਂ ਕਿਸੇ ਵੀ ਢੰਗ ਦੇ ਨਾਲ, ਉਹ ਜਦੋਂ ਉੱਥੇ ਪਹੁੰਚਦੇ ਨੇ, ਥਾਣੇ ਦਾ ਘਿਰਾਓ ਕਰਦੇ ਨੇ ਜਾਂ ਉਹਨਾਂ ਦੀਆਂ ਉੱਥੇ ਬੈਠਿਆਂ ਦੀਆਂ ਆਪਾਂ ਬਾਈਟਸ ਸੁਣਦੇ ਹਾਂ, ਤਾਂ ਉਹਦੇ ਵਿੱਚੋਂ ਏਦਾਂ ਲੱਗਦਾ ਹੈ ਕਿ ਅੱਜ ਵੀ ਕੀ ਨੌਜਵਾਨਾਂ ਦੇ ਅੰਦਰ, ਪੰਜਾਬ ਦੇ ਨੌਜਵਾਨਾਂ ਦੇ ਅੰਦਰ ਉਹ ਆਜ਼ਾਦੀ ਦਾ ਜਾਂ ਫ੍ਰੀ ਪੰਜਾਬ ਦਾ ਕੋਈ ਸੰਕਲਪ ਹੈ, ਜਿਹਦੀ ਵਰਤੋਂ ਜਿਹੜਾ ਆ ਹਰ ਦੌਰ ਦੇ ਵਿੱਚ ਕੀਤੀ ਜਾਂਦੀ ਹੈ, ਸਮੇਂ-ਸਮੇਂ ਤੇ ਜਦੋਂ ਸਰਕਾਰਾਂ ਨੂੰ ਜ਼ਰੂਰਤ ਪੈਂਦੀ ਹੈ ਤੇ ਉਹ ਅੰਮ੍ਰਿਤਪਾਲ ਸਿੰਘ ਵਰਗੇ ਅਗਵਾਈ ਕਰਦੇ ਨੇ ਤੇ ਉਹਨੂੰ ਵਰਤ ਲਿਆ ਜਾਂਦਾ? ਇਹ ਤਿੰਨ ਚਾਰ ਸਵਾਲ ਨੇ। ਠੀਕ ਹੈ ਸੁਖਵਿੰਦਰ ਜੀ, ਤੁਹਾਡੇ ਪ੍ਰਸ਼ਨ ਵਾਜਬ ਹੈ। ਇੱਕ ਤੇ ਹੈ ਵੀ ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਇੱਥੇ ਸਰਕਾਰ ਹੈ, 92 ਉਹਨਾਂ ਦੇ MLA ਜਿੱਤੇ ਹੋਏ ਆ, ਵੀ ਉਹਨਾਂ ਦਾ ਹਿੱਤ ਕੀ ਹੋ ਸਕਦਾ ਹੈ ਕਿ ਉਹ ਅਜਿਹੀ ਘਟਨਾਵਾਂ ਹੋਣ ਦੇ। ਇਹ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਔਰ ਉਹਨੂੰ ਆਪਾਂ ਇਹ ਬਰੀ ਨਹੀਂ ਕਰ ਸਕਦੇ ਕਿ ਜਿਹੜੀ BJP ਔਰ ਆਪ ਜਿਹੜੀ ਹੈ, ਇੱਕ ਅੰਡਰਸਟੈਂਡਿੰਗ ਇਹੀ ਹੈ ਜਿਹੜੀ ਅਕਸਰ ਕਹੀ ਜਾਂਦੀ ਹੈ ਕਿ ਜਿੱਥੋਂ ਤੱਕ ਸਿਆਸੀ ਪਹੁੰਚ ਹੈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਤੇ BJP ਦੀ, ਉਹਨਾਂ ਦੀ ਸਿਆਸੀ ਪਹੁੰਚ ਵਿੱਚ ਕੋਈ ਵੱਡਾ ਫਰਕ ਹੈ ਨਹੀਂਗਾ। ਯਾਨੀ ਕਿ ਜੇ ਆਪਾਂ ਉਹਨਾਂ ਦੇ ਪੋਲੀਟੀਕਲ ਦ੍ਰਿਸ਼ਟੀਕੋਣ ਤੋਂ ਦੇਖੀਏ, ਉਹ ਠੀਕ ਹੈ ਕਿ ਤਾਕਤ ਦੀ ਖੇਡ ਵਿੱਚ ਉਹ ਹੈਗੇ ਆ ਨਾ, ਪਰ ਜੇ ਉਹਨਾਂ ਦੀ ਆਈਡੀਓਲੋਜੀਕਲ ਪੋਜੀਸ਼ਨ, ਜਿਸਨੂੰ ਆਪਾਂ ਵਿਚਾਰਧਾਰਕ, ਤੇ ਉਹਦੇ ਵਿੱਚ ਕੋਈ ਉਹਨਾਂ ਨੂੰ ਵੱਡਾ ਫਰਕ ਨਹੀਂ ਦਿਸਦਾ ਸੁਖਵਿੰਦਰ ਜੀ। ਔਰ ਇਸੇ ਕਰਕੇ
ਇੱਕ ਜਿਹੜੇ ਕੁਝ ਸੈਕਸ਼ਨ ਜਿਹੜੇ ਵਿਚਾਰਵਾਨ ਹਨ ਉਹ ਇਹੀ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬੀਜੇਪੀ ਦੀ ਬੀ ਟੀਮ ਹੀ ਹੈ, ਜਿੱਥੋਂ ਤੱਕ ਵਿਚਾਰਧਾਰਕ ਗੱਲ ਹੈਗੀ ਹੈ। ਸੋ ਇਹਨਾਂ ਦੇ ਵਿੱਚ ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਹੈਗੀਆਂ, ਉਹ ਉਹਨਾਂ ਦੇ ਵਿੱਚ ਇਹਨਾਂ ਦੋਨਾਂ ਨੂੰ ਵੱਖ-ਵੱਖ ਨਹੀਂ ਦੇਖਦੇ। ਜਿਹੜੇ ਕੁਝ ਟਿੱਪਣੀਕਾਰ ਹਨ, ਤੁਸੀਂ ਦੇਖਿਆ ਹੋਣਾ ਜਿਹੜੀਆਂ ਮੀਡੀਆ ਦੇ ਵਿੱਚ ਆਉਂਦਾ। ਹੁਣ ਇਹਨਾਂ ਵਿੱਚੋਂ ਗੱਲ ਕੀ ਠੀਕ ਹੈ ਕਿ ਕੀ ਨਹੀਂ ਠੀਕ ਹੈ, ਕਈ ਵਾਰ ਹੁੰਦਾ ਇਹ ਹੈ ਕਿ ਇੱਕ ਸਿਚੁਏਸ਼ਨ ਦਾ ਲੌਜਿਕ ਹੁੰਦਾ, ਇੱਕ ਜਿਹੜੀ ਹਾਲਾਤ ਹੁੰਦੇ ਨਾ ਜੀ, ਹਾਲਾਤ ਦੇ ਵਿੱਚੋਂ ਉਹਨਾਂ ਨੇ ਗੱਲ ਨੇ ਵੀ ਇੱਕ ਪਾਸੇ ਜਦੋਂ ਤੁਸੀਂ ਆਪਾਂ ਕਰਦੇ ਆ ਨਾ ਜੀ, ਆਪਾਂ ਪੁਸ਼ ਕਰਦੇ ਆ ਤੇ ਉਹਨਾਂ ਨੇ ਇੱਕ ਦਿਸ਼ਾ ਦੇ ਵਿੱਚ ਹੀ ਤੁਰਨਾ ਹੁੰਦਾ। ਉਹ ਲੌਜਿਕ ਉਹਦਾ ਇਹ ਹੁੰਦਾ, ਉਹ ਹੋਰ ਪਾਸੇ ਨਹੀਂ ਗੱਲ ਤੁਰਨੀ। ਉਹਨਾਂ ਦਾ ਵਰਤਾਰੇ ਨੇ ਇੱਕ ਵਹਿਣ ਵਿੱਚ ਵਹਿਣਾ ਹੁੰਦਾ, ਇੱਕ ਦਿਸ਼ਾ ਵਿੱਚ ਚੱਲਣਾ ਹੁੰਦਾ। ਸੋ ਜਦੋਂ ਫੋਰਸਿਸ ਅਨਲੀਸ਼ ਹੁੰਦੀਆਂ ਨਾ ਜੀ ਉਹਦੇ ਵਿੱਚ, ਉਹ ਹੁਣ ਉਹ ਕਿਹੜੀਆਂ ਏਜੰਸੀਜ਼ ਕਰਾ ਰਹੀਆਂ ਤੇ ਕਿਹੜੀਆਂ ਉਹਨੂੰ ਫੇਸ ਕਰ ਰਹੀਆਂ, ਉਹਨਾਂ ਦੇ ਵੱਸ ਹੈ ਕਿ ਨਹੀਂ ਹੈ। ਮੈਨੂੰ ਤੇ ਲੱਗਦਾ ਕਿ ਇਹ ਮੇਰੀ ਸਮਝ ਮੁਤਾਬਕ ਤੇ ਇਹ ਕੇਂਦਰੀ ਏਜੰਸੀਆਂ ਦਾ ਏਜੰਡਾ ਸੈੱਟ ਕੀਤਾ ਹੋਇਆ ਹੈ। ਮੇਰੇ ਮੁਤਾਬਕ ਇਹਨੂੰ ਆਮ ਆਦਮੀ ਪਾਰਟੀ ਦੇ ਵੱਸ ਦਾ ਰੋਗ ਨੇ ਨਜ਼ਰ ਆ ਰਿਹਾ, ਕਿਉਂਕਿ ਆਮ ਆਦਮੀ ਪਾਰਟੀ ਨੂੰ ਜੇ ਇੱਕ ਹੋਰ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਏ ਤਾਂ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਬੀਜੇਪੀ ਵੱਖ-ਵੱਖ ਥਾਵਾਂ ਤੇ ਘੇਰਨ ਦੀ ਕੋਸ਼ਿਸ਼ ਕਰਦੀ ਹੈ। ਆਪਾਂ ਜ਼ਿਕਰ ਪਹਿਲਾਂ ਵੀ ਕੀਤਾ ਕਿ ਆਰਥਿਕਤਾ ਦੇ ਮਾਮਲੇ ਵਿੱਚ ਹੈ ਹੀ ਹੈ, ਔਰ ਇਦਾਂ ਹੀ ਜਿਹੜਾ ਇਹਨਾਂ ਦੇ ਹੋਰ ਸਾਰੀਆਂ ਸਿਚੁਏਸ਼ਨ, ਜਿਵੇਂ ਹੁਣ ਗਵਰਨਰ ਸਾਹਿਬ ਨਾਲ ਪੰਗਾ ਪਿਆ ਹੋਇਆ, ਚੀਫ ਮਿਨਿਸਟਰ ਸਾਹਿਬ ਦਾ, ਇਹ ਸਾਰੀਆਂ ਗੱਲਾਂ ਨੂੰ ਆਪਣੇ ਧਿਆਨ ਵਿੱਚ ਰੱਖਦੇ ਹਾਂ ਤੇ ਉਹ ਆਮ ਆਦਮੀ ਪਾਰਟੀ ਨੂੰ ਵੀ ਉਹਦਾ ਕੱਦ ਬੁੱਤ ਛਾਂਗਣਾ ਚਾਹੁੰਦੇ ਨੇ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਸੋ ਜੇ ਆਪਾਂ ਇਸ ਦ੍ਰਿਸ਼ਟੀਕੋਣ ਤੋਂ ਆਪਾਂ ਦੇਖਦੇ ਹਾਂ ਨਾ ਜੀ ਸੁਖਵਿੰਦਰ ਜੀ, ਤੇ ਫਿਰ ਲੱਗਦਾ ਇਹ ਹੈ ਕਿ ਆਮ ਆਦਮੀ ਪਾਰਟੀ ਵੀ ਜੋ ਇਹ ਛੜਯੰਤਰ ਰਚਿਆ ਜਾ ਰਿਹਾ, ਜੋ ਇਹ ਪਲਾਨ ਬਣ ਰਹੀ ਹੋਈ ਹੈ ਭਾਰਤ ਪੱਧਰ ਤੇ ਕੇਂਦਰੀ ਏਜੰਸੀਜ਼ ਵੱਲੋਂ, ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਹਦਾ ਹੀ ਸ਼ਿਕਾਰ ਹੈ। ਉਹਦੇ ਵੀ ਹੱਥ ਵੱਸ ਕੁਝ ਨਹੀਂ, ਉਹ ਜਿੰਨਾ ਕੁ ਨੂੰ ਸਮਝ ਆਉਂਦੀ ਹੈ ਉਹਦੇ ਮੁਤਾਬਕ ਉਹ ਯਤਨ ਕਰ ਲੈਂਦੀ ਹੈ। ਇਹਨੂੰ ਆਪਾਂ ਏਦਾਂ ਵੀ ਸਮਝ ਸਕਦੇ ਹਾਂ ਸੁਖਵਿੰਦਰ ਜੀ। ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਤੁਸੀਂ ਯੂਥ ਦੀ ਗੱਲ ਕੀਤੀ ਹੈ ਤੇ ਯੂਥ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਅੰਮ੍ਰਿਤਪਾਲ ਹੋਣਾ ਦੇ ਸਮਰਥਕ ਹਨ। ਤੁਸੀਂ, ਮੈਂ ਦੇਖ ਰਿਹਾ ਸੀ ਜੋ ਤੁਸੀਂ ਮੈਨੂੰ ਭੇਜਿਆ ਸੀ ਲਿੰਕ, ਮੈਂ ਦੇਖਿਆ, ਉਹ ਟੀਵੀ ਤੇ ਵੀ ਦੇਖਿਆ, ਉਹਦੇ ਵਿੱਚ ਸਿਰਫ ਯੂਥ ਨਹੀਂ ਹੈ ਤੇ ਸਾਰੇ ਅੰਮ੍ਰਿਤਧਾਰੀ ਵੀ ਨਹੀਂ ਹਨ। ਤੁਸੀਂ ਦੇਖਿਆ ਹੋਣਾ ਜਿਸ ਕਿਸਮ ਦਾ ਹਜੂਮ ਹੈ ਨਾ ਜੋ ਉੱਥੇ ਗਿਆ ਹੋਇਆ, ਉਹਦੇ ਵਿੱਚ ਬਜ਼ੁਰਗ ਵੀ ਹਨ, ਨੌਜਵਾਨ ਵੀ ਹਨ ਤੇ ਉਹਨਾਂ ਦੇ ਵਿੱਚ ਗੈਰ ਅੰਮ੍ਰਿਤਧਾਰੀ ਵੀ ਬਹੁਤ ਵੱਡੀ ਗਿਣਤੀ ਵਿੱਚ ਹਨ। ਉਹ ਸਾਰੇ ਤੁਹਾਨੂੰ ਜੇ ਤੁਸੀਂ ਦੇਖੋ ਨਾ, ਸਾਰਾ ਮੀਡੀਆ ਦੇ ਵਿੱਚ ਜੋ ਆ ਰਿਹਾ ਹੋਇਆ, ਜਿੰਨਾ ਕੁ ਮੈਂ ਦੇਖਿਆ, ਉਹ ਉਹੀ ਨੇ ਜਿਹੜੇ ਸਮਰਥਕ ਨੇ, ਜਿਹੜੇ ਵੱਖ-ਵੱਖ ਜਿਹੜੇ ਸਮਾਜ ਦੇ ਵਰਗਾਂ ਵਿੱਚੋਂ ਆਉਂਦੇ ਨੇ ਲੋਕ, ਤੇ ਉਹ ਇੱਕ ਦ੍ਰਿਸ਼ਟੀਕੋਣ ਮੈਂ ਸਮਝਦਾ ਇਹ ਹੈ ਕਿ ਇਹ ਸਾਰਾ ਉਹ ਅਨਸਰ ਹੈ ਸੁਖਵਿੰਦਰ ਜੀ, ਜੋ ਇਸ ਵੇਲੇ ਖਲਾ ਹੈ ਨਾ ਜੀ ਸਿੱਖ ਸਮਾਜ ਦੇ ਵਿੱਚ, ਇੱਕ ਦ੍ਰਿਸ਼ਟੀਕੋਣ ਦੇ ਵਿੱਚ ਖਲਾ ਆਇਆ ਹੋਇਆ। ਮਤਲਬ ਕੋਈ ਜਿਹਨੂੰ ਕਹੀਏ ਕਿ ਸਹਿਮਤੀ ਹੀ ਨਹੀਂ, ਕਿਸੇ ਗੱਲ ਤੇ ਸਹਿਮਤੀ ਨਹੀਂ ਹੈਗੀ, ਤੇ ਇੱਕ ਜਿਹਨੂੰ ਕਹੀਏ ਕਿ ਮਾਯੂਸੀ ਦਾ ਆਲਮ ਜਿਹੜਾ ਕਹੀਏ ਨਾ, ਕਿ ਕੋਈ ਜਿਹਨੂੰ ਕਹਿੰਦੇ ਨੇ ਕਿ ਜਿਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਵੀ ਹਾਓ ਭਾਲ ਵਿਕੁੰਨੀ ਹੋਈ ਆਧੇਰੇ ਰਾਹ ਨਾ ਕੋਈ, ਯਾਨੀ ਕਿ ਲੱਗਦਾ ਹੈ ਵੀ ਜਿਵੇਂ ਅੰਧੇਰੇ 'ਚ ਰਾਹ ਜਿਹਾ ਹੈ ਨਹੀਂ, ਯਾਨੀ ਕਿ ਅਸੀਂ ਭਟਕ ਜੇ ਰਹੇ ਹਾਂ, ਕੋਈ ਰਸਤਾ ਦਿਸ ਨਹੀਂ ਰਿਹਾ ਹੋਇਆ। ਤੇ ਉਹ ਯੂਥ ਜਿੱਥੇ ਉਹਨਾਂ ਨੂੰ ਥੋੜੀ ਬਹੁਤ ਆਸ ਨਜ਼ਰ ਆਉਂਦੀ ਹੈਗੀ ਹੈ, ਉੱਥੇ ਉਹ ਉਸ ਝੰਡੇ ਥੱਲੇ ਕੇਂਦਰਿਤ ਹੋਣ ਦੀ, ਸਪੋਰਟ ਹੋਣ ਦੀ ਕੋਸ਼ਿਸ਼ ਕਰਦਾ ਹੈ। ਯਾਨੀ ਕਿ ਯੂਥ ਦੇ ਵਿੱਚ ਹੀ ਸੰਭਾਵਨਾਵਾਂ ਹੁੰਦੀਆਂ ਨਾ ਸੁਖਵਿੰਦਰ ਜੀ, ਕਿ ਉਹਨਾਂ ਨੇ ਹੀ ਕੁਰਬਾਨੀ ਕਰਨੀ ਹੁੰਦੀ ਹੈ, ਉਹਨਾਂ ਨੇ ਹੀ ਤਬਦੀਲੀਆਂ ਲਿਆਉਣੀਆਂ ਹੁੰਦੀਆਂ, ਉਹਨਾਂ ਨੇ ਹੀ ਵੱਡਾ ਰੋਲ ਪਲੇ ਕਰਨਾ ਹੁੰਦਾ ਹੈ। ਤੇ ਜਿੱਥੇ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਸਾਰਥਕ ਗਤੀਵਿਧੀ ਹੋਣ ਦੀ ਸੰਭਾਵਨਾ ਹੈਗੀ ਹੈ, ਉਧਰ ਨੂੰ ਉਹ ਮੁਹਾਨ ਉਹਨਾਂ ਦਾ ਹੋ ਜਾਂਦਾ ਹੈ। ਔਰ ਆਪਾਂ ਨੂੰ ਪਤਾ ਹੈ ਕਿ ਯੂਥ ਦੇ ਵਿੱਚ ਤੁਸੀਂ ਦੇਖੋ ਜਿਹੜੇ ਉੱਥੇ ਸੱਜਣ ਹਨ ਸਾਰੇ, ਆਪਾਂ ਉਹਨਾਂ ਤੋਂ ਇੱਕ ਅੰਦਾਜ਼ਾ ਲਾਈਏ ਉਹਨਾਂ ਦਾ, ਕਿ ਜਿਹੜਾ ਵੀ ਯੂਥ ਹੈਗਾ, ਪੜ੍ਹਿਆ ਲਿਖਿਆ ਯੂਥ, ਜਿਹੜਾ ਜਿਨ੍ਹਾਂ ਨੂੰ ਨੌਕਰੀ ਮਿਲ ਚੁੱਕੀ ਹੋਈ ਹੈ, ਕਾਰੋਬਾਰਾਂ ਵਿੱਚ ਸੈੱਟ ਹੈ, ਉਹ ਤੇ ਉੱਥੇ ਹੈ ਨਹੀਂਗਾ। ਉਹਦੇ ਵਿੱਚ ਕਿਹੜਾ ਅਨਸਰ ਹੈ, ਯੂਥ ਦਾ ਵੀ ਕਿਹੜਾ ਅਨਸਰ ਹੈ ਸੁਖਵਿੰਦਰ ਜੀ, ਜਦੋਂ ਆਪਾਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਹੈ
ਜਿਹੜਾ ਅਨਐਮਪਲੋਇਡ ਹੈ, ਜਿਨ੍ਹਾਂ ਦੇ ਕੋਲ ਨਾ ਕੋਈ ਰੁਜ਼ਗਾਰ ਹੈ, ਨਾ ਨੌਕਰੀਆਂ, ਨਾ ਬਾਹਰ ਜਾਣ ਦੀਆਂ ਕੋਈ ਸੰਭਾਵਨਾਵਾਂ ਹੈਗੀਆਂ, ਯਾਨੀ ਕਿ ਜਿੱਥੇ ਉਹ ਆਪਾਂ ਕੋਸ਼ਿਸ਼ ਹੀ ਦੇਖਣ ਦੀ ਕੋਸ਼ਿਸ਼ ਕਰੋ ਕਿ ਇਹ ਜਿਹਨੂੰ ਕਹੀਏ ਕਿ ਮਾਯੂਸੀ ਦੇ ਆਲਮ ਦੇ ਵਿੱਚ ਆਇਆ ਹੋਇਆ ਇਹ ਵਰਗ ਹੈ। ਔਰ ਇਹ ਵਰਗ ਆਪਣਾ ਪੰਜਾਬ ਦੀ ਜੋ ਇਸ ਵੇਲੇ ਆਰਥਿਕਤਾ ਹੈਗੀ ਹੈ ਉਹਦੇ ਵਿੱਚ ਇੱਕ ਕਾਫੀ ਜਿਹਨੂੰ ਕਹੀਏ ਕਿ ਐਜੂਕੇਟਡ ਅਨਐਮਪਲੋਇਮੈਂਟ ਸਾਡੇ ਬਹੁਤ ਵੱਡੀ ਗਿਣਤੀ 'ਚ ਹੈਗੀ ਹੈ ਸੁਖਵਿੰਦਰ ਜੀ। ਤੇ ਹੁਣ ਜਿਹਨੂੰ ਆਪਾਂ ਕਹੀਏ ਕਿ ਇਹ ਆਨਸਰ ਹੈਗਾ ਜਿਹੜਾ ਅਨਐਮਪਲੋਇਡ ਵੀ ਹੈਗਾ ਤੇ ਮਾਯੂਸ ਵੀ ਹੈਗਾ। ਹੁਣ ਉੱਥੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਇੱਕ ਆਵਾਜ਼ ਹੈਗੀ ਹੈ ਜਿੱਥੇ ਸਾਨੂੰ ਕੋਈ ਨਾ ਕੋਈ ਪਹਿਚਾਣ ਮਿਲ ਸਕਦੀ ਹੈ ਔਰ ਅਸੀਂ ਕੋਈ ਨਾ ਕੋਈ ਆਪਣਾ ਯੋਗਦਾਨ ਦੇ ਸਕਦੇ ਹਾਂ। ਇਹ ਉਹਨਾਂ ਦੀ ਸੋਚ ਹੋ ਸਕਦੀ ਹੈ। ਆਪਾਂ ਹੁਣ ਕਿਸੇ ਦੀ ਸੋਚ ਦੇ ਸੁਖਵਿੰਦਰ ਜੀ, ਮੇਰੀ ਹਮੇਸ਼ਾ ਅੰਡਰਸਟੈਂਡਿੰਗ ਇਹ ਹੁੰਦੀ ਹੈ ਕਿ ਹਰ ਬੰਦੇ ਦੀ ਆਪਣੀ ਸੋਚ ਹੁੰਦੀ ਹੈ, ਹਰ ਬੰਦੇ ਦਾ ਆਪਣਾ ਦ੍ਰਿਸ਼ਟੀਕੋਣ ਹੁੰਦਾ ਹੈ ਤੇ ਉਹਨੂੰ ਭੰਡਣਾ, ਨਿੰਦਣਾ, ਇਹ ਐਵੇਂ ਕਹਿਣ ਦੀਆਂ ਗੱਲਾਂ ਹੁੰਦੀਆਂ, ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਕੋਸ਼ਿਸ਼ ਹੀ ਹੋਣੀ ਚਾਹੀਦੀ ਹੈ ਕਿ ਉਹ ਵਰਤਾਰੇ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਵੀ ਇਹ ਕਿਉਂ ਹੋ ਰਿਹਾ। ਜਿਹੜਾ ਤੁਸੀਂ ਸਵਾਲ ਖੜਾ ਕੀਤਾ ਨਾ ਕਿ ਯੂਥ ਇੰਨੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਕਿਉਂ ਆਇਆ, ਮੇਰੇ ਮੁਤਾਬਕ ਸਿਰਫ ਤੇ ਸਿਰਫ ਯੂਥ ਨਹੀਂ ਹੈ, ਉਹਦੇ ਵਿੱਚ ਉਹ ਸੋਚ ਜਿਸਨੂੰ ਆਪਾਂ ਖਾੜਕੂ ਸੋਚ ਕਹਿੰਦੇ ਆ, ਉਹ ਐਲੀਮੈਂਟ ਭਾਰੂ ਹੈਗਾ। ਤੇ ਨਾਲ ਦੂਸਰੀ ਜਿਹਨੂੰ ਆਪਾਂ ਯੂਥ, ਜਿਹਨੂੰ ਆਪਾਂ ਕਹਿੰਦੇ ਜਵਾਨੀ, ਜਿਹੜੀ ਮਾਯੂਸ ਹੈ, ਜਿਨ੍ਹਾਂ ਨੂੰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ, ਜਿਨ੍ਹਾਂ ਨੂੰ ਲੱਗਦਾ ਹੈ ਕਿ ਇਸ ਦਿਸ਼ਾ ਦੇ ਵਿੱਚ ਤੁਰਿਆ ਕੋਈ ਸ਼ਾਇਦ ਬਿਹਤਰੀ ਵਾਲਾ ਕਾਰਜ ਕੀਤਾ ਜਾ ਸਕਦਾ ਹੋਵੇ, ਉਹ ਇਸ ਆਸ ਨੂੰ ਲੈ ਕੇ ਇੱਧਰ ਸੁਖਵਿੰਦਰ ਦੀ ਤੁਰਨ ਦੀ ਕੋਸ਼ਿਸ਼ ਕਰਦੇ ਨੇ। ਜੀ ਸੁਖਵਿੰਦਰ ਜੀ। ਮੈਂ ਡਾਕਟਰ ਸਾਹਿਬ ਆਖਰੀ ਸਵਾਲ ਕਰਾਂਗਾ ਆਪਣਾ। ਇੱਕ ਤਾਂ ਉਹ ਪਿਛਲਾ ਸਵਾਲ ਜਿਹੜਾ ਮੈਂ ਕਰ ਰਿਹਾ ਸੀ ਕਿ ਹਿੰਦੂ ਰਾਸ਼ਟਰ ਦੀ ਗੱਲ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਦੋਂ ਸਿੱਧਾ ਚੈਲੰਜ ਹੁੰਦਾ ਕਿ ਤੁਸੀਂ ਕਿਉਂ ਨਹੀਂ ਉਹਦੇ ਬਾਰੇ ਗੱਲ ਕਰਦੇ, ਕਿ ਜਿਹੜੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਨੇ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਕੁਚਲਦੇ, ਬਜਾਏ ਇਸ ਦੇ ਕਿ ਤੁਸੀਂ ਖਾਲਿਸਤਾਨ ਦੀ ਗੱਲ ਕਰ ਰਹੇ ਹੋ, ਸਾਨੂੰ ਇਸੇ ਕਰਕੇ ਇਹ ਆਵਾਜ਼ ਚੁੱਕਣੀ ਪੈ ਰਹੀ ਆ। ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਹੁਣ ਵਰਤਾਰਾ ਜੋ ਕੁਝ ਅਜਨਾਲੇ ਥਾਣੇ ਦਾ ਘਰਾਓ ਹੋ ਗਿਆ ਜਾਂ ਅੱਗੇ ਜੋ ਕੁਝ ਕਰਨਾ ਆ, ਜੋ ਕੁਝ ਅੰਮ੍ਰਿਤਪਾਲ ਸਿੰਘ ਐਕਸ਼ਨ ਪਲਾਨ ਕਰਨਗੇ, ਤਾਂ ਉਹਦੇ ਨਾਲ ਪੰਜਾਬ ਦੇ ਹਿੰਦੂਆਂ ਦੇ ਅੰਦਰ ਕੀ ਸਹਿਮ ਦਾ ਮਾਹੌਲ ਜਾਂ ਫਿਰ ਉਹਨਾਂ ਦੇ ਅੰਦਰ ਕੋਈ ਇਹੋ ਜਿਹੀ ਭਾਵਨਾ ਨਹੀਂ ਪ੍ਰਗਟ ਹੋਏਗੀ ਕਿ ਪੰਜਾਬ ਦੇ ਅੰਦਰ ਵਾਪਰ ਕੀ ਰਿਹਾ, ਫਿਰ ਉਹਦਾ ਧਰੂਵੀਕਰਨ ਹੋਏਗਾ। ਤੇ ਅਖੀਰ ਦੇ ਵਿੱਚ ਜਿਵੇਂ ਚਰਚਾਵਾਂ ਚੱਲ ਰਹੀਆਂ ਕਿ ਸਾਨੂੰ ਸੰਵਾਦ ਵਾਲੇ ਪਾਸੇ ਤੁਰਨ ਦੀ ਲੋੜ ਹੈ, ਬਜਾਏ ਇਸ ਦੇ ਕਿ ਅਸੀਂ ਭੜਕਾਊ ਬਿਆਨਬਾਜ਼ੀ ਕਰੀਏ ਜਾਂ ਸਿਰ ਦੇਣ ਦੀ ਗੱਲ ਕਰੀਏ ਜਾਂ ਫਿਰ ਅਸੀਂ ਕਿਸੇ ਹੋਰ ਤਰੀਕੇ ਦੇ ਨਾਲ ਜਿਹੜਾ ਸਰਕਾਰਾਂ ਨੂੰ, ਹਕੂਮਤ ਨੂੰ ਸਿੱਧੇ ਤਰੀਕੇ ਨਾਲ ਚੈਲੰਜ ਕਰੀਏ। ਫਿਰ ਇਹਦਾ ਜਵਾਬ ਇਹ ਆਉਂਦਾ ਹੈ ਕਿ ਸੰਵਾਦ ਕਦੋਂ ਤੱਕ ਸੰਵਾਦ ਕਰੀਏ। ਸੰਵਾਦ ਬੰਦੀ ਸਿੰਘਾਂ ਵਾਲੇ ਮਸਲਿਆਂ ਤੇ ਵੀ ਹੋਇਆ, ਸੰਵਾਦ ਬੇਅਦਬੀ ਦੇ ਮਸਲਿਆਂ ਤੇ ਵੀ ਹੋਇਆ, ਹੁਣ ਤੱਕ ਇਹ ਸਾਰਾ ਕੁਝ ਕਿਸੇ ਸਿੱਟੇ ਤੇ ਨਹੀਂ ਪਹੁੰਚਿਆ। ਇਸ ਕਰਕੇ ਹੁਣ ਕਹਿੰਦੇ ਸੰਵਾਦ ਦੀ ਲੋੜ ਨਹੀਂ, ਹੁਣ ਤੇ ਸਿੱਧਾ ਟਕਰਾਅ ਹੈ ਤੇ ਉਹਦੇ ਵਿੱਚੋਂ ਅਸੀਂ ਕਹਿੰਦੇ ਪ੍ਰਾਪਤੀ ਕਰਨੀ ਹੈ। ਪ੍ਰਾਪਤੀ ਹੈ ਖਾਲਿਸਤਾਨ ਦੀ, ਆਪਣੇ ਆਜ਼ਾਦ ਮੁਲਕ ਦੀ। ਇਹ ਗੱਲਾਂ ਕੀਤੀਆਂ ਜਾਂਦੀਆਂ। ਇਹਨਾਂ ਦੋਨਾਂ ਸਵਾਲਾਂ ਦੇ ਜਵਾਬ ਦੇ, ਹਿੰਦੂਆਂ ਦਾ ਤੇ ਜੀ। ਦੇਖੋ ਸੁਖਵਿੰਦਰ ਜੀ, ਤੁਸੀਂ ਪ੍ਰਸ਼ਨ ਬੜੇ ਮਾਕੂਲ ਕੀਤੇ ਆ। ਪਹਿਲੀ ਗੱਲ ਤੇ ਇਹ ਹੈ ਕਿ ਅੰਮ੍ਰਿਤਪਾਲ ਹੁਣ ਜਦੋਂ ਕਹਿੰਦੇ ਆ ਨਾ ਕਿ ਉਹ ਹਿੰਦੂ ਰਾਸ਼ਟਰ ਦੀ ਤੁਸੀਂ ਗੱਲ ਕਰਦੇ ਹੋ, ਤੇ ਵੀ ਸਾਡੇ ਵਾਸਤੇ ਫਿਰ ਸਥਾਨ ਨਹੀਂ ਰਹਿੰਦਾ ਕਿ ਅਸੀਂ ਜੇ ਖਾਲਿਸਤਾਨ ਦੀ ਗੱਲ ਕਰਦੇ ਹੋ ਤੁਸੀਂ ਕਿਉਂ ਔਖੇ ਹੁੰਦੇ, ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹੋ। ਉਹ ਇਹ ਸਿਰਫ ਦਲੀਲ ਦੇ ਤੌਰ ਤੇ ਗੱਲ ਹੋ ਸਕਦੀ ਹੈ। ਔਰ ਮੈਂ ਸਮਝਦਾ ਕਿ ਜੇ ਇੱਕ ਗੱਲ ਗਲਤ ਹੈ, ਜੇ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਜਾਂਦੀ ਹੈ, ਜਿਹੜੇ ਅਨਸਰਾਂ ਵੱਲੋਂ ਕੀਤੀ ਜਾਂਦੀ ਹੈ, ਜਿਸ ਮਕਸਦ ਨਾਲ ਕੀਤੀ ਜਾਂਦੀ ਹੈ, ਭਲਾ ਉਹ ਸਾਨੂੰ ਸਿੱਖ ਭਾਈਚਾਰੇ ਨੂੰ ਅੱਜ ਦੇ ਹਾਲਾਤ ਵਿੱਚ ਇਹ ਸੂਟ ਕਰਦਾ ਹੈ ਕਿ ਨਹੀਂ ਕਰਦਾ। ਦਲੀਲ ਦਿੱਤੀ ਜਾ ਸਕਦੀ ਹੈ, ਇਹ 'ਚ ਕੋਈ ਸ਼ੱਕ ਨਹੀਂ, ਆਧਾਰ ਬਣਾਇਆ ਜਾ ਸਕਦਾ ਹੈ, ਪਰ ਕੀ ਇਹ ਦਲੀਲ ਸਿੱਖ ਭਾਈਚਾਰੇ ਦੇ ਹਿੱਤ ਵਿੱਚ ਹੈ ਕਿ ਨਹੀਂ, ਇਹ ਵੱਡਾ ਪ੍ਰਸ਼ਨ ਹੈ ਸੁਖਵਿੰਦਰ ਜੀ। ਆਰਗੂਮੈਂਟ ਤੇ ਕਾਊਂਟਰ ਕੀਤੀ ਜਾ ਸਕਦੀ ਵੀ ਤੁਸੀਂ ਹਿੰਦੂ ਰਾਸ਼ਟਰ ਦੀ ਜਦੋਂ ਤੁਸੀਂ ਗੱਲ ਕਰਦੇ ਹੋ ਤੇ ਫਿਰ ਸਾਨੂੰ ਕਿਉਂ ਅਧਿਕਾਰ ਨਹੀਂ। ਤੇ ਉਹ ਅਧਿਕਾਰ ਤੇ ਚਲੋ ਠੀਕ, ਕਹਿਣ ਨੂੰ ਕੀ, ਖਾਲਿਸਤਾਨ ਦੀ ਮੰਗ ਜਿਹੜਾ ਹੈ ਤਿੰਦਰਪਾਲ ਹੁਣੀ ਆਪਾਂ ਨੂੰ ਪਤਾ ਹੈ, ਉਹ ਕਹਿੰਦੇ ਮੈਂ ਰਾਈਟ ਲਿਆ ਕਰਦੇ ਆ ਤੇ ਮਾਨ ਸਾਹਿਬ ਵੀ ਕਰਦੇ ਆ, ਹੋਰ ਸਾਰੇ ਕਰਦੇ ਆ, ਇਸ ਤਰ੍ਹਾਂ ਇਹ ਵੀ ਕਹਿੰਦੇ। ਉਹ ਮੰਗ ਦੀ ਕੋਈ ਸਮੱਸਿਆ ਨਹੀਂ। ਤੁਸੀਂ ਜੇ ਉਹ ਹਿੰਦੂ ਰਾਸ਼ਟਰ ਦੀ ਗੱਲ ਕਰ, ਤੁਸੀਂ ਖਾਲਿਸਤਾਨ ਦੀ ਗੱਲ ਕਰੀ, ਕਿਸੇ ਨੂੰ ਕੋਈ ਤਕਲੀਫ ਨਹੀਂ, ਇਹ ਇਸ਼ੂ ਹੀ ਨਹੀਂਗਾ। ਇਸ਼ੂ ਉਦੋਂ ਖੜਾ ਹੁੰਦਾ ਸੁਖਵਿੰਦਰ ਜੀ ਜਦੋਂ ਕੋਈ ਉੱਤੇ ਤੁਸੀਂ ਲਹਿਰ ਖੜੀ ਕਰਦੇ ਹੋ, ਔਰ ਲਹਿਰ ਖੜੀ ਕਰਨ ਨਾਲ ਕਾਨੂੰਨੀ ਅਵਸਥਾ ਨੂੰ ਤੁਸੀਂ ਚੈਲੰਜ ਕਰਦੇ ਹੋ, ਲਾਅ ਐਂਡ ਆਰਡਰ ਦੀ ਪ੍ਰੋਬਲਮ ਕਰਦੇ ਹੋ, ਤੇ ਸਟੇਟ ਉਦੋਂ ਰਿਐਕਟ ਕਰਦੀ ਹੁੰਦੀ ਹੈ।
ਇਹ ਬਿਆਨ ਦਾ ਕੋਈ ਫਰਕ ਨਹੀਂ ਪੈਂਦਾ ਕਿ ਉਹ ਹਿੰਦੂ ਰਾਸ਼ਟਰ ਕਹਿ ਜਾਣ, ਤੁਸੀਂ ਖਾਲਿਸਤਾਨ ਕਹਿ ਲਓ ਜਾਂ ਤੁਸੀਂ ਆਜ਼ਾਦ ਪੰਜਾਬ ਕਹਿ ਲਓ, ਜੋ ਮਰਜ਼ੀ ਕਹਿ ਲਓ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਗੱਲ ਲਾ ਪਾ ਕੇ ਇਹ ਹੁੰਦੀ ਹੈ ਕਿ ਤੁਸੀਂ ਕਿਸ ਕਿਸਮ ਦੀ ਲਹਿਰ ਜਥੇਬੰਦ ਕਰਦੇ ਹੋ, ਕਿਸ ਕਿਸਮ ਦੀਆਂ ਗਤੀਵਿਧੀਆਂ ਕਰਦੇ ਹੋ, ਕੀ ਕਾਨੂੰਨ ਨੂੰ ਕਿਸ ਢੰਗ ਨਾਲ ਤੁਸੀਂ ਟੈਕਲ ਕਰਦੇ ਹੋ ਤੇ ਕਾਨੂੰਨ ਤੁਹਾਡੇ ਨਾਲ ਕਿਵੇਂ ਰਿਐਕਟ ਕਰਦਾ। ਸਥਿਤੀ ਉਦੋਂ ਹੁੰਦੀ ਜਿਸ ਤਰ੍ਹਾਂ ਦੀ ਹੁਣ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਟਕਰਾਓ ਵਾਲੀ ਸਥਿਤੀ ਜਿਹੜੀ ਹੈ, ਉਦੋਂ ਸਟੇਟ ਕੀ ਕਰਦੀ ਹੈ। ਸਟੇਟ ਦੇ ਕਈ ਦਾਅ ਪੇਚ ਹੁੰਦੇ ਆ ਸੁਖਵਿੰਦਰ ਜੀ, ਆਪਾਂ ਨੂੰ ਸਟੇਟ ਜਿਹਨੂੰ ਕਈ ਵਾਰ ਹੁੰਦਾ ਹੈ ਕਿ ਉਹ ਨਾ ਇੱਕ ਅੱਧੀ ਸਿਚੁਏਸ਼ਨ ਖੜੀ ਕਰਕੇ ਇੱਕ ਅੱਧੀ ਦੋ ਵਾਰ ਪਿੱਛੇ ਵੀ ਕਰ ਜਾਂਦੀ, ਪਿੱਛੇ ਵੀ ਹਟ ਜਾਂਦੀ ਹੁੰਦੀ। ਉਹ ਸਟੇਟ ਦੇ ਕਈ ਪੈਂਤੜੇ ਹੁੰਦੇ ਆ, ਇਹਨੂੰ ਫੇਸ ਵੈਲਿਊ ਤੇ ਨਹੀਂ ਲੈਣਾ ਚਾਹੀਦਾ ਕਿ ਦੇਖੋ ਸਟੇਟ ਹਾਰ ਗਈ ਜਾਂ ਚੈਲੰਜ ਹੋ ਗਿਆ। ਇਹ ਪੈਂਤੜੇ ਹੁੰਦੇ ਸਟੇਟ ਨੇ ਕਿਸ ਢੰਗ ਨਾਲ ਰਿਐਕਟ ਕਰਨਾ, ਸਟੇਟ ਦੇ ਹਿੱਤ ਵਿੱਚ ਕੀ ਹੈ, ਇਹ ਗੱਲਾਂ ਹੋਰ ਤਰ੍ਹਾਂ ਦੀਆਂ ਹੈ। ਕਿ ਫਿਲਹਾਲ ਆਪਾਂ ਇਹ ਕਹੀਏ ਕਿ ਇਹ ਦਲੀਲ ਦੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਹਿੰਦੂ ਰਾਸ਼ਟਰ ਦੀ ਗੱਲ ਹੈ ਤੇ ਅਸੀਂ ਕਿਉਂ ਨਾ ਕਰੀਏ, ਕੀਤੀ ਜਾ ਸਕਦੀ, ਕੋਈ ਰੌਲਾ ਨਹੀਂ ਗਾ। ਪਰ ਇਹਦਾ ਅਸਰ ਕੀ ਪੈਗਾ ਸੁਖਵਿੰਦਰ ਜੀ, ਦੇਖਣੀ ਤਾਂ ਗੱਲ ਇਹ ਹੈ ਨਾ ਕਿ ਕੋਈ ਵੀ ਬਿਆਨ ਜਿਹੜਾ ਹੈਗਾ ਉਹ ਸਿੱਖ ਭਾਈਚਾਰੇ ਦੇ ਹਿੱਤ ਵਿੱਚ ਹੈ, ਇਹ ਸੂਬੇ ਦੇ ਹਿੱਤ ਵਿੱਚ ਹੈ ਕਿ ਨਹੀਂ ਹੈਗਾ। ਤੇ ਜਿਹੜੀ ਤੁਸੀਂ ਗੱਲ ਕਹਿ ਰਹੇ ਸੀਗੇ ਕਿ ਅਲਟੀਮੇਟਲੀ ਕੀ ਇਹ ਜਿਹੜੀ ਕੇਂਦਰ ਦੀਆਂ ਏਜੰਸੀ ਦੀਆਂ ਪੋਲਰਾਈਜੇਸ਼ਨ ਦੀ ਜਿਹੜੀ ਕੋਸ਼ਿਸ਼ ਹੈਗੀ ਹੈ, ਭਲਾ ਇਹ ਅਸੀਂ ਉਹਦੇ ਸਹਾਇਕ ਤਾਂ ਨਹੀਂ ਹੋ ਰਹੇ। ਸੋਚਣ ਵਾਲਾ ਮਸਲਾ ਇਹ ਹੈ ਵੀ ਇਹਦੇ ਨਾਲ ਪੋਲਰਾਈਜੇਸ਼ਨ ਤਾਂ ਡੈਫੀਨਿਟਲੀ ਹੁੰਦੀ ਹੈ ਕਿ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਾਂਗੇ ਤੇ ਭਲਾ ਹਿੰਦੂ ਭਾਈਚਾਰਾ ਕਿਉਂ ਸਾਡੇ ਨਾਲ ਤੁਰੇ, ਇਹ 'ਚ ਕੁਝ ਬੜਾ ਸਪਸ਼ਟ ਹੈ ਨਾ ਜੀ, ਕਿਉਂ ਤੁਰੇਗਾ। ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਾਂਗੇ ਤਾਂ ਕੁਦਰਤੀ ਹੈ ਕਿ ਇਹ ਸਿੱਖ ਮੰਗ ਹੈ, ਸਿੱਖਾਂ ਦੀ ਮੰਗ ਹੈ, ਸਿੱਖ ਸਮਾਜ ਵੱਲੋਂ ਮੰਗ ਹੈ ਤੇ ਹਿੰਦੂ ਭਾਈਚਾਰਾ ਤੇ ਭਾਈ ਉਹ ਸਹਿਮਿਆ ਵੀ ਹੋਏਗਾ, ਡਰੇਗਾ ਵੀ, ਉਹ ਵਿਰੋਧ ਵੀ ਕਰੇਗਾ ਤੇ ਇਹਦੇ ਨਾਲ ਪੋਲਰਾਈਜੇਸ਼ਨ ਵੀ ਹੋਏਗੀ। ਇਹ ਪੋਲਰਾਈਜੇਸ਼ਨ ਕਿਹਨੂੰ ਸੂਟ ਕਰਦੀ ਹੈ, ਇਹ ਤਾਂ ਸਾਰਿਆਂ ਨੂੰ ਯਾਰ ਸਾਹਮਣੇ ਸਪਸ਼ਟ ਹੈ ਨਾ। ਤੇ ਜਦੋਂ ਉਸ ਪੋਲਰਾਈਜੇਸ਼ਨ ਦੇ ਹੋਣ ਦੀ ਜਿਹੜੀਆਂ ਸੰਭਾਵਨਾਵਾਂ ਹੈਗੀਆਂ ਉਹਨਾਂ ਦੇ ਵਿੱਚ ਅਸੀਂ ਸਹਾਈ ਹੋ ਜਾਂਦੇ ਹਾਂ ਤੇ ਭਲਾ ਇਹਨੂੰ ਕਿਵੇਂ ਸਮਝੀਏ ਸੁਖਵਿੰਦਰ ਜੀ, ਇਹ ਪ੍ਰਸ਼ਨ ਹੈ। ਇਹ ਠੀਕ ਹੈ ਪੋਲਰਾਈਜੇਸ਼ਨ ਇਹਦੇ ਨਾਲ ਹੋਏਗੀ। ਪੋਲਰਾਈਜੇਸ਼ਨ ਭਲਾ ਇਹ ਸਾਨੂੰ ਸੂਟ ਕਰਦੀ ਹੈ ਕਿ ਨਹੀਂ ਕਰਦੀ, ਵੱਡਾ ਸਵਾਲ ਤੇ ਇਹ ਹੈ ਸਾਡੇ ਸਾਹਮਣੇ। ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਸਾਰੇ ਸਮਾਜ ਨੂੰ ਨਾਲ ਲੈ ਕੇ ਤੁਰਨਾ ਚਾਹੁੰਦੇ ਹਾਂ ਤੇ ਦੂਸਰਾ ਈਵਨ ਅਸੀਂ ਸਿੱਖ ਸਮਾਜ ਦੇ ਵਿੱਚ ਹੀ ਵੰਡੀਆਂ ਪਾਉਣਾ ਚਾਹੁੰਦੇ। ਜਦੋਂ ਸਿੱਖ ਸਮਾਜ ਦੇ ਵਿੱਚ ਹੀ ਵੰਡੀਆਂ ਪੈ ਰਹੀਆਂ ਹੋਈਆਂ ਤੇ ਫਿਰ ਭਲਾ ਅਸੀਂ ਕਿਸ ਕਿਸਮ ਦੀ ਲੀਡਰਸ਼ਿਪ ਪ੍ਰੋਵਾਈਡ ਕਰ ਰਹੇ। ਇਹ ਸਾਰੇ ਮਸਲੇ ਸੁਖਵਿੰਦਰ ਜੀ ਸਾਡੇ ਵਾਸਤੇ ਸੋਚਣ ਵਾਲੇ ਹੈ। ਇਹਨਾਂ ਨੂੰ ਇਸ ਵਰਤਾਰੇ ਨੂੰ ਹਲਕੇ 'ਚ ਨਹੀਂ ਲੈਣ ਦੀ ਲੋੜ। ਮੈਂ ਸਮਝਦਾ ਕਿ ਇਹ ਸਾਡੇ ਵਾਸਤੇ ਇੱਕ ਚੈਲੰਜਸ ਨੇ ਸਾਡੇ ਸਾਹਮਣੇ, ਜਿਹੜੇ ਸਾਰੇ ਸਮੁੱਚੇ ਸਿੱਖ ਸਮਾਜ ਵਾਸਤੇ ਖੜੇ ਕੀਤੇ ਜਾ ਰਹੇ ਹੈ, ਜਿਹਦੇ ਮੈਨੂੰ ਖਤਰਾ ਬਹੁਤ ਨਜ਼ਰ ਆ ਰਿਹਾ ਹੈ ਕਿ ਇਹ ਜਿਹੜੀਆਂ ਏਜੰਸੀਜ਼ ਜਿਹੜੀਆਂ ਰੋਲ ਪਲੇ ਕਰ ਰਹੀਆਂ ਹੋਈਆਂ, ਮੈਂ ਇਹਨਾਂ ਨੂੰ ਵਿਸ਼ ਅਵੇ ਨਹੀਂ ਕਰਦਾ ਤੇ ਮੇਰੇ ਮੁਤਾਬਕ ਤੇ ਜ਼ਾਹਰਾ ਤੌਰ ਤੇ ਦਿਸ ਰਹੀਆਂ ਹੋਈਆਂ ਕਿ ਏਜੰਸੀਜ਼ ਰੋਲ ਪਲੇ ਕਰ ਰਹੀਆਂ ਹੋਈਆਂ। ਇਹ ਭਲਾ ਵਰਤਾਰਾ ਸਾਨੂੰ ਸੂਟ ਕਰਦਾ ਹੈ ਨਹੀਂ ਕਰਦਾ, ਮੇਰੇ ਮੁਤਾਬਕ ਤੇ ਇਹ ਸਾਡੇ ਹਿੱਤ ਵਿੱਚ ਨਹੀਂ ਹੈ। ਜਿਹੜੀ ਮੈਂ ਗੱਲ ਕੀਤੀ ਸੰਵਾਦ ਤੁਰਨਾ ਚਾਹੀਦਾ, ਕਹਿੰਦੇ ਸੰਵਾਦ ਦੀ ਗੱਲ ਜਿਹੜੀ ਕਹਿੰਦੇ ਨਾ, ਸੰਵਾਦ ਦੀ ਗੱਲ ਕਰਦੇ ਹੋ। ਹਾਂਜੀ, ਸੰਵਾਦ ਬਿਲਕੁਲ ਠੀਕ ਹੈ ਤੁਹਾਡੀ ਗੱਲ, ਵੀ ਸੰਵਾਦ ਦੇ ਉਹ ਫਿਰ ਸਿੱਖ ਸਮਾਜ ਦੇ ਵਿੱਚ ਜਿਹੜਾ ਹੈ ਇਸ ਵੇਲੇ ਉਦਾਸੀਨਤਾ ਆਈ ਹੋਈ ਨਾ, ਜਿਹੜੀ ਖਲਾ ਹੈ ਨਾ ਸੁਖਵਿੰਦਰ ਜੀ, ਇਹ ਅਵਸਥਾ ਹੈਗੀ, ਇਸ ਖੜੋਤ ਚੋਂ ਨਿਕਲਣ ਦੀ ਲੋੜ ਹੈ। ਇਸ ਖੜੋਤ ਦੇ ਵਿੱਚੋਂ ਨਿਕਲਣ ਦਾ ਜਿਹੜਾ ਹੈ ਰਾਹ ਜਿਹੜਾ ਹੈਗਾ, ਉਹਦੇ ਬਾਰੇ ਸਾਨੂੰ ਤਾਂ ਚੇਤਨ ਹੋਣਾ ਚਾਹੀਦਾ ਨਾ, ਸਿੱਖ ਸਮਾਜ ਨੂੰ ਚੇਤਨ ਹੋਣਾ ਚਾਹੀਦਾ ਹੈ, ਸਿੱਖ ਲੀਡਰਸ਼ਿਪ ਨੂੰ ਚੇਤਨ ਹੋਣ ਦੀ ਲੋੜ ਹੈ। ਉਹ ਸੁੱਤੀ ਕਿਉਂ ਹੋਈ ਹੈ? ਮੈਂ ਤਾਂ ਮੇਰੇ ਸਾਹਮਣੇ ਤਾਂ ਸਵਾਲ ਇਹ ਹੈ ਸੁਖਵਿੰਦਰ ਜੀ ਕਿ ਸਿੱਖ ਲੀਡਰਸ਼ਿਪ ਕਿਉਂ ਸੁੱਤੀ ਹੋਈ ਹੈ? ਕਿ ਜਿਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਇਸ ਵੇਲੇ ਪੰਜਾਬ ਦੇ ਵਿੱਚ, ਉਹ ਭਲਾ ਵੀ ਉਹ ਦਿਸ ਰਿਹਾ ਹੋਇਆ ਵੀ ਉਹ ਤੇ ਅਕਾਲੀ ਦਲ ਨੂੰ ਤੇ ਸਾਈਡਲਾਈਨ ਕਰਨਾ ਹੀ ਕਰਨਾ, ਅਕਾਲੀ ਧਿਰਾਂ ਨੂੰ ਕਮਜ਼ੋਰ ਕਰਨਾ ਹੀ ਕਰਨਾ ਹੈਗਾ, ਤੇ ਉਹ ਸਾਰਾ ਕੁਝ ਸਾਹਮਣੇ ਦਿਸ ਰਿਹਾ ਹੋਇਆ ਤੇ ਇਹਦੇ ਵਾਸਤੇ ਲਾਮਬੰਦੀ ਕੌਣ ਕਰੇਗਾ? ਫਿਰ ਲਾਮਬੰਦੀ ਤਾਂ ਫਿਰ ਲੀਡਰਸ਼ਿਪ ਜਿਹੜੀ ਇਸ ਵੇਲੇ ਹੈਗੀ ਆ, ਵੱਖ-ਵੱਖ ਸੋਚ ਵਾਲੇ ਹੈਗੇ ਆ, ਉਹਨਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਕਿ ਇਹ ਵਰਤਾਰਾ ਕੀ ਹੋ ਰਿਹਾ ਹੋਇਆ। ਜਦੋਂ ਇਹ ਬਿਆਨ ਆਉਂਦੇ, ਸਾਰਿਆਂ ਦੇ ਬਿਆਨ ਆਉਂਦੇ ਆ, ਤਾਂ ਇੱਕਾ ਨੁਕਤਾ ਬਿਆਨਾਂ ਨਾਲ ਥੋੜੀ ਗੱਲ ਬਣਨੀ ਹੈ, ਸਿਰ ਜੋੜ ਕੇ ਬੈਠਣਾ ਪੈਣਾ ਨਾ ਵੀ ਇਹ ਵਰਤਾਰਾ ਜਿਹੜਾ ਹੈ ਇਹਦੀ ਜੜ ਕਿੱਥੇ ਪਈ ਹੋਈ ਹੈ, ਉਹਨੂੰ ਕਿਵੇਂ ਮੁਕਾਬਲਾ ਉਹਦਾ ਕਰਨਾ, ਉਹਦੇ ਲਈ ਯਤਨ ਕਰਨ ਦੀ ਲੋੜ ਹੈ। ਉਹਦੇ ਲਈ ਸਿੱਖ ਲੀਡਰਸ਼ਿਪ ਨੂੰ ਜਿਹੜੀ ਹੈ ਬਹੁਤ ਸੁਚੇਤ
ਔਰ ਐਕਟਿਵ ਹੋਣ ਦੀ ਲੋੜ ਹੈ ਸੁਖਵਿੰਦਰ ਜੀ। ਇਹਦੇ ਬਿਨਾ ਕੋਈ ਵੇ ਆਊਟ ਨਹੀਂ ਤੇ ਬਹੁਤ ਖਤਰਨਾਕ ਰੁਝਾਨ ਇਹ ਬਣ ਰਿਹਾ ਹੈ ਔਰ ਖਤਰਨਾਕ ਨਤੀਜਿਆਂ ਵੱਲ ਨੂੰ ਸਾਨੂੰ ਲਿਜਾ ਸਕਦੀ ਹੈ। ਇਸ ਤੇ ਸਾਨੂੰ ਬਹੁਤ ਹੀ ਚੇਤੰਨ ਹੋਣ ਦੀ ਲੋੜ ਹੈ ਸੁਖਵਿੰਦਰ ਜੀ। ਇਹ ਕੋਈ ਮਾੜੀ ਮੋਟੀ ਗੱਲ ਨਹੀਂ ਮੈਨੂੰ ਨਜ਼ਰ ਆ ਰਹੀ, ਇਹ ਬਹੁਤ ਖਤਰਨਾਕ ਵਰਤਾਰਾ ਹੈ ਜੋ ਦੇਖਣ ਨੂੰ ਮਿਲ ਰਿਹਾ। ਜੀ ਸੁਖਵਿੰਦਰ। ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ।